Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਉਹ ਹੈ ਮੰਗ ਦਾ ਨਿਯਮ। ਜਿਹੜਾ ਮੰਗ ਦਾ ਨਿਯਮ ਹੈ ਉਹ ਆਪਾਂ ਆਲਰੇਡੀ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਪਰ ਆਪਾਂ ਇਹਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਡਿਸਕਸ ਨਹੀਂ ਕੀਤਾ ਸੀ। ਅੱਜ ਆਪਾਂ ਇਸੇ ਚੀਜ਼ ਨੂੰ ਜਿਹੜਾ ਹੈ ਉਹ ਥੋੜਾ ਡਿਟੇਲ ਦੇ ਵਿੱਚ ਜਿਹੜਾ ਹੈ ਉਹ ਆਪਾਂ ਡਿਸਕਸ ਕਰਾਂਗੇ ਕਿ ਮੰਗ ਦਾ ਨਿਯਮ ਜਿਹੜਾ ਹੈ ਉਹ ਕੀ ਕਹਿੰਦਾ ਹੈ। ਹੁਣ ਪਹਿਲੀ ਗੱਲ ਤਾਂ ਇਹ ਧਿਆਨ ਦੇਣ ਵਾਲੀ ਹੈ ਕਿ ਆਪਾਂ ਫਿਰ ਉਹੀ ਗੱਲ ਕਰਾਂਗੇ ਜੋ ਆਪਾਂ ਆਪਣੇ ਪਹਿਲੇ ਲੈਕਚਰ ਦੇ ਵਿੱਚ ਕੀਤੀ ਸੀ ਵੀ ਆਪਾਂ ਜੋ ਲਿਖ ਰਹੇ ਹਾਂ ਉਹ ਆਪਾਂ ਲਿਖ ਰਹੇ ਹਾਂ ਮੰਗ ਦਾ ਨਿਯਮ। ਆਪਾਂ ਮੰਗ ਦੀ ਮਾਤਰਾ ਦਾ ਨਿਯਮ ਨਹੀਂ ਲਿਖਦੇ ਪਏ। ਮਤਲਬ ਕਹਿਣ ਦਾ ਕੀ ਹੈ ਕਿ ਆਪਾਂ ਇੱਕ ਕੀਮਤ ਤੇ ਉਹਦੇ ਸਾਹਮਣੇ ਇੱਕ ਮੰਗ ਜਿਹੜੀ ਹੈ ਉਹ ਨਹੀਂ ਲੈਣੀ। ਆਪਾਂ ਕੀ ਕਰਨਾ ਹੈ, ਬਹੁਤ ਸਾਰੀਆਂ ਕੀਮਤਾਂ ਲੈਣੀਆਂ ਨੇ ਤੇ ਆਪਾਂ ਬਹੁਤ ਸਾਰੀਆਂ ਮੰਗ ਜਿਹੜੀਆਂ ਨੇ ਉਹ ਲੈਣੀਆਂ ਨੇ। ਤਾਂ ਹੁਣ ਆਪਾਂ ਜੋ ਨਿਯਮ ਕਰਨਾ ਹੈ, ਜੋ ਰੂਲ ਕਰਨਾ ਹੈ, ਜੋ ਲਾਅ ਕਰਨਾ ਹੈ, ਉਹ ਕਿਹੜਾ ਕਰਨਾ ਹੈ, ਉਹ ਮੰਗ ਦਾ ਨਿਯਮ ਜਿਹੜਾ ਹੈ ਉਹ ਆਪਾਂ ਕਰਨਾ ਹੈ। ਆਮ ਤੌਰ ਤੇ ਕੀ ਹੁੰਦਾ ਹੈ ਵੀ ਜਦੋਂ ਆਪਾਂ ਮੈਂ ਵੀ ਕਲਾਸ ਦੇ ਵਿੱਚ ਜਦੋਂ ਆਪਾਂ ਬੱਚਿਆਂ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਆ ਕਿ ਮੰਗ ਦਾ ਨਿਯਮ ਕੀ ਹੁੰਦਾ ਹੈ। ਮੰਨ ਲਓ ਮੈਂ ਆਦੀ ਕਲਾਸ 'ਚ ਕੁਐਸਚਨ ਪੁੱਛਿਆ ਕਿ ਮੰਗ ਦਾ ਨਿਯਮ ਕੀ ਹੁੰਦਾ ਹੈ, ਤਾਂ ਬੱਚੇ ਆਮ ਤੌਰ ਤੇ ਇਹ ਆਨਸਰ ਦਿੰਦੇ ਆ ਕਿ ਸਰ ਮੰਗ ਦਾ ਨਿਯਮ ਇਹ ਕਹਿੰਦਾ ਹੈ ਵੀ ਜਦੋਂ ਵੀ ਕੀ ਹੋਏਗਾ, ਕਿਸੇ ਵੀ ਚੀਜ਼ ਦੀ ਜਿਹੜੀ ਕੀਮਤ ਹੈ ਅਗਰ ਉਹ ਘਟ ਜਾਏਗੀ ਤਾਂ ਕੀ ਹੋਏਗਾ, ਉਹਦੀ ਮੰਗ ਜਿਹੜੀ ਹੈ ਉਹ ਵੱਧ ਜਾਏਗੀ। ਜਾਂ ਉਲਟਾ ਵੀ ਅਗਰ ਆਪਾਂ ਕਰ ਲਈਏ ਤਾਂ ਜਦੋਂ ਕਿਸੇ ਚੀਜ਼ ਦੀ ਕੀਮਤ ਵੱਧ ਜਾਏਗੀ ਤਾਂ ਕੀ ਹੋਏਗਾ, ਉਹਦੀ ਮੰਗ ਪਹਿਲਾਂ ਨਾਲੋਂ ਘਟ ਜਾਏਗੀ। ਸਰ ਤੁਸੀਂ ਨਾ ਇੱਕ ਸਾਨੂੰ ਡਾਇਗਰਾਮ ਕਰਾਈ ਸੀ ਜਿੰਦੇ ਚ ਕੀ ਸੀ ਵੀ ਇੱਕ ਇਸ ਤਰ੍ਹਾਂ ਦਾ ਬੇਸ ਬਣਿਆ ਹੋਇਆ ਸੀ, ਉਹਦੇ ਚ ਦੋ ਬੱਚੇ ਬੈਠੇ ਹੋਏ ਸੀ। ਜਿਹੜਾ ਖੱਬੇ ਪਾਸੇ ਬੱਚਾ ਸੀ ਉਹਦਾ ਨਾਮ ਸੀ ਕੀਮਤ, ਜਿਹੜਾ ਸੱਜੇ ਪਾਸੇ ਬੱਚਾ ਬੈਠਾ ਸੀ ਉਹਦਾ ਨਾਮ ਸੀ ਮੰਗ। ਯਾਨੀ ਕੀ ਹੋ ਗਿਆ, ਜਦੋਂ ਕੀਮਤ ਹੇਠਾਂ ਹੈ ਯਾਨੀ ਕਿ ਘੱਟ ਹੈ ਤਾਂ ਮੰਗ ਕੀ ਹੈ, ਜ਼ਿਆਦਾ ਹੈ। ਅਗਰ ਇਸ ਨੂੰ ਆਪਾਂ ਉਲਟਾ ਕਰ ਦਈਏ ਤਾਂ ਕੀ ਹੋ ਸਕਦਾ ਹੈ, ਇਸ ਤਰ੍ਹਾਂ ਹੋ ਸਕਦਾ ਹੈ ਵੀ ਜੇਕਰ ਕੀਮਤ ਉੱਪਰ ਹੋਗੀ ਤਾਂ ਕੀ ਹੋ ਜਾਏਗਾ, ਮੰਗ ਜਿਹੜੀ ਹੈ ਉਹ ਘੱਟ ਹੋ ਜਾਏਗੀ। ਤਾਂ ਜੇਕਰ ਕਿਸੇ ਵਸਤੂ ਦੀ ਕੀਮਤ ਪਹਿਲਾਂ ਨਾਲੋਂ ਘਟ ਜਾਂਦੀ ਹੈ ਤਾਂ ਉਹਦੀ ਮੰਗ ਕੀ ਹੋਏਗਾ, ਪਹਿਲਾਂ ਨਾਲੋਂ ਵੱਧ ਜਾਏਗੀ। ਜੇ ਕੀਮਤ ਵੱਧ ਜਾਂਦੀ ਹੈ ਤਾਂ ਮੰਗ ਕੀ ਹੋਏਗਾ, ਘਟ ਜਾਏਗੀ। ਤਾਂ ਇਹ ਕੀ ਹੈ, ਇਹ ਮੰਗ ਦਾ ਨਿਯਮ ਹੈ। ਪਰ ਜਦੋਂ ਬੱਚੇ ਇਹ ਮੈਨੂੰ ਗੱਲ ਕਰਦੇ ਨੇ ਆਮ ਤੌਰ ਤੇ ਵੀ ਇਸ ਤਰ੍ਹਾਂ ਦਾ ਜਿਹੜਾ ਸੰਬੰਧ ਹੈ ਉਹ ਕੀਮਤ ਤੇ ਮੰਗ ਦੇ ਵਿੱਚ ਹੁੰਦਾ ਹੈ, ਤਾਂ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਦਾ ਹੁੰਨਾ ਵੀ ਜੇ ਮੰਨ ਲਓ ਵੀ ਲੂਣ ਯਾਨੀ ਕਿ ਨਮਕ ਦੀ ਕੀਮਤ ਜਿਹੜੀ ਹੈ ਅਗਰ ਉਹ ਘਟ ਜਾਏਗੀ ਤਾਂ ਤੁਸੀਂ ਕੀ ਕਰੋਗੇ। ਜਿਹੜਾ ਨਮਕ ਹੈ ਉਹ ਪਹਿਲਾਂ ਨਾਲੋਂ ਜ਼ਿਆਦਾ ਖਾਣਾ ਸ਼ੁਰੂ ਕਰ ਦਿਓਗੇ। ਉਹ ਕਹਿੰਗੇ ਨਹੀਂ ਜੀ ਨਮਕ ਤਾਂ ਅਸੀਂ ਉਨਾ ਹੀ ਖਾਵਾਂਗੇ। ਮੈਂ ਕਿਹਾ ਵੀ ਮੰਨ ਲਓ ਕਣਕ ਜਿਹੜੀ ਹੈ ਉਹ ਸਸਤੀ ਹੋ ਜਾਂਦੀ ਹੈ ਤਾਂ ਤੁਸੀਂ ਕੀ ਕਰੋਗੇ। ਅਗਰ ਤੁਸੀਂ ਹੁਣ ਇਸ ਟਾਈਮ 3 ਰੋਟੀਆਂ ਖਾਂਦੇ ਹੋ ਤਾਂ ਕਣਕ ਦੇ ਸਸਤਾ ਹੋਣ ਤੇ ਕੀ 6 ਰੋਟੀਆਂ ਖਾਣ ਲੱਗ ਪੋਗੇ। ਉਹ ਕਹੇ ਨਹੀਂ ਜੀ ਐਵੇਂ ਤਾਂ ਨਹੀਂ ਕਰਾਂਗੇ। ਮੈਂ ਤਾਂ ਹੀ ਇਹ ਗੱਲ ਕਹਿੰਦਾ ਹੁੰਨਾ ਵੀ ਇਹ ਨਾ ਕਹੋ ਕਿ ਕੀਮਤ ਤੇ ਮੰਗ ਦਾ ਜਿਹੜਾ ਹੈ ਉਹ ਉਲਟਾ ਸੰਬੰਧ ਹੁੰਦਾ ਹੈ। ਤੁਸੀਂ ਜੋ ਗੱਲ ਕਹਿ ਰਹੇ ਹੋ ਉਹ ਅੱਧੀ ਗੱਲ ਸਹੀ ਹੈ। ਅੱਧੀ ਗੱਲ ਕਿਵੇਂ ਸਹੀ ਹੈ ਵੀ ਤੁਸੀਂ ਇੰਨਾ ਤਾਂ ਸਹੀ ਕਹਿਤਾ ਵੀ ਕੀਮਤ ਘਟੇਗੀ ਤਾਂ ਮੰਗ ਵਧੇਗੀ, ਕੀਮਤ ਵਧੇਗੀ ਤਾਂ ਮੰਗ ਘਟੇਗੀ। ਹੁਣ ਤੁਸੀਂ ਮੈਨੂੰ ਇੱਕ ਗੱਲ ਸਮਝਾਈ ਵੀ ਤੁਹਾਡੀ ਅਗਰ ਮੈਂ ਮੰਗ ਵਧਾਣੀ ਹੈ, ਠੀਕ ਹੈ, ਮੰਗ ਨੂੰ ਪਹਿਲਾਂ ਨਾਲੋਂ ਜ਼ਿਆਦਾ ਕਰਨਾ ਹੈ, ਤੁਸੀਂ ਮੈਨੂੰ ਇਹ ਕਹਿ ਰਹੇ ਹੋ ਵੀ ਸਰ ਜਦੋਂ ਕੀਮਤ ਘਟੇਗੀ ਨਾ ਸਿਰਫ ਉਦੋਂ ਹੀ ਮੰਗ ਵਧੇਗੀ, ਨਹੀਂ ਤਾਂ ਨਹੀਂ ਵਧੇਗੀ। ਪਰ ਅਗਰ ਸੋਚੋ ਕਿ ਮੇਰੇ ਕੋਲ ਪੈਸੇ ਜਿਹੜੇ ਨੇ ਅਗਰ ਪਹਿਲਾਂ ਨਾਲੋਂ ਜ਼ਿਆਦਾ ਆ ਜਾਣ, ਯਾਨੀ ਮੇਰੇ ਪਹਿਲਾਂ ਨਾਲੋਂ ਜ਼ਿਆਦਾ ਅਮੀਰ ਹੋ ਜਾਵਾਂ ਤਾਂ ਮੈਂ ਕੀ ਕਰਾਂਗਾ, ਮੈਂ ਕੀਮਤ ਦੇ ਘਟਣ ਦੀ ਜਿਹੜੀ ਹੈ ਉਹ ਵੇਟ ਹੀ ਨਹੀਂ ਕਰਾਂਗਾ। ਮੈਂ ਤਾਂ ਬਿਨਾਂ ਕੀਮਤ ਦੇ ਘਟੇ ਹੀ ਮੰਗ ਵਧਾ ਦਿਆਂਗਾ। ਯਾਨੀ ਕੀ ਹੋਏਗਾ, ਬਿਨਾਂ ਕੀਮਤ ਦੇ ਘਟੇ ਮੰਗ ਜਿਹੜੀ ਹੈ ਉਹ ਵੱਧ ਜਾਏਗੀ। ਕਿਉਂ ਵੱਧ ਜਾਏਗੀ, ਕਿਉਂਕਿ ਮੇਰੇ ਕੋਲ ਪੈਸੇ ਜਿਹੜੇ ਨੇ ਉਹ ਪਹਿਲਾਂ ਨਾਲੋਂ ਜ਼ਿਆਦਾ ਆ ਜਾਣਗੇ। ਮਤਲਬ ਤੁਹਾਡਾ ਮੰਗ ਦਾ ਨਿਯਮ ਤਾਂ ਮੈਂ ਫੇਲ ਕਰਾਤਾ, ਕਿਉਂਕਿ ਤੁਸੀਂ ਇਹ ਕਿਹਾ ਸੀ ਵੀ ਜਦੋਂ ਕੀਮਤ ਘਟੇਗੀ ਉਦੋਂ ਹੀ ਮੰਗ ਵਧੇਗੀ, ਐਵੇਂ ਮੰਗ ਨਹੀਂ ਵਧਣੀ। ਮੈਂ ਕਿਹਾ ਕੀਮਤ ਤਾਂ ਘਟੀ ਨਹੀਂ, ਮੇਰੀ ਤਾਂ ਆਮਦਨ ਵਧ ਗਈ ਸੀ, ਮੇਰੇ ਕੋਲ ਪੈਸੇ ਜ਼ਿਆਦਾ ਆ ਗਏ ਸੀ ਤਾਂ ਮੈਂ ਜ਼ਿਆਦਾ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮਤਲਬ ਮੈਂ ਤੁਹਾਡੇ ਮੰਗ ਦਾ ਨਿਯਮ ਜਿਹੜਾ ਹੈ
ਉਹ ਫੇਲ ਕਰਾਤਾ। ਤੁਸੀਂ ਕਿਹਾ ਵੀ ਸਰ ਕੀ ਹੋਏਗਾ ਵੀ ਜਦੋਂ ਨਾ ਕੀਮਤ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੱਧ ਜਾਏਗੀ, ਮਤਲਬ ਚੀਜ਼ ਪਹਿਲਾਂ ਨਾਲੋਂ ਮਹਿੰਗੀ ਹੋ ਜਾਏਗੀ, ਆਪਾਂ ਕੀ ਕਰਾਂਗੇ ਉਹਨੂੰ ਪਹਿਲਾਂ ਨਾਲੋਂ ਘੱਟ ਖਰੀਦਾਂਗੇ, ਮਤਲਬ ਆਪਾਂ ਉਹਦੀ ਮੰਗ ਘੱਟ ਕਰਾਂਗੇ। ਮੈਂ ਕਹਾਂਗਾ ਦੇਖੋ ਜੀ ਸਰਦੀਆਂ ਆ ਗਈਆਂ, ਸਰਦੀਆਂ ਆਈਆਂ ਤਾਂ ਮੈਂ ਆਈਸਕ੍ਰੀਮ ਦੀ ਮੰਗ ਕੀ ਕੀਤਾ, ਘੱਟ ਕਰਦੀ। ਹੁਣ ਆਈਸਕ੍ਰੀਮ ਦੀ ਕੀਮਤ ਤਾਂ ਉਨੀ ਹੀ ਹੈ, ਆਈਸਕ੍ਰੀਮ ਦੀ ਕੀਮਤ ਤੇ ਚੇਂਜ ਹੀ ਨਹੀਂ ਹੋਈ। ਅਗਰ ਇੱਕ ਕੱਪ ਜਿਹੜਾ ਹੈ ਉਹ 50 ਰੁਪਏ ਦਾ ਆਂਦਾ ਹੈ ਆਈਸਕ੍ਰੀਮ ਦਾ, ਤਾਂ ਹੁਣ ਵੀ 50 ਦਾ ਹੀ ਆਂਦਾ ਹੈ। ਉਹ ਗਰਮੀਆਂ 'ਚ ਵੀ 50 ਰੁਪਏ ਦਾ ਸੀ, ਉਹ ਸਰਦੀਆਂ 'ਚ ਵੀ 50 ਰੁਪਏ ਦਾ ਹੈ, ਕੀਮਤ ਤਾਂ ਬਦਲੀ ਨਹੀਂ। ਪਰ ਫਿਰ ਵੀ ਕੀ ਹੋਇਆ ਵੀ ਜਦੋਂ ਗਰਮੀਆਂ ਤੋਂ ਸਰਦੀਆਂ ਆਈਆਂ ਮੈਂ ਆਈਸਕ੍ਰੀਮ ਦੀ ਮੰਗ ਘੱਟ ਕਰਤੀ। ਤੁਸੀਂ ਇਹ ਕਿਹਾ ਸੀ ਵੀ ਜਦੋਂ ਕੀਮਤ ਵਧੇਗੀ ਉਦੋਂ ਮੰਗ ਘੱਟ ਕਰਾਂਗਾ, ਪਰ ਕੀਮਤ ਤਾਂ ਉਹਦੀ ਵਧੀ ਨਹੀਂ, ਮੈਂ ਫਿਰ ਵੀ ਮੰਗ ਘੱਟ ਕਰਤੀ। ਯਾਨੀ ਅਗਰ ਮੌਸਮ ਚੇਂਜ ਹੋਇਆ ਤਾਂ ਕੀ ਹੋਇਆ, ਬਿਨਾਂ ਕੀਮਤ ਦੇ ਬਦਲੇ ਹੀ ਕੀ ਹੋ ਗਿਆ, ਮੰਗ ਚੇਂਜ ਹੋ ਗਈ। ਇੱਥੇ ਕੀ ਹੋਇਆ, ਬਿਨਾਂ ਕੀਮਤ ਦੇ ਘਟੇ ਆਮਦਨ ਦੇ ਵਧਣ ਨਾਲ ਕੀ ਹੋ ਗਿਆ, ਮੰਗ ਵੱਧ ਗਈ। ਯਾਨੀ ਜਿਹੜੀ ਆਮਦਨ ਵਿੱਚ ਬਦਲਾਵ ਹੈ ਉਹਨੇ ਕੀ ਕੀਤਾ, ਮੇਰੇ ਮੰਗ ਦੇ ਨਿਯਮ ਨੂੰ ਫੇਲ ਕਰਾਤਾ। ਨੰਬਰ 2, ਮੌਸਮ ਨੇ ਕੀ ਕੀਤਾ, ਮੇਰੇ ਮੰਗ ਦੇ ਨਿਯਮ ਨੂੰ ਫੇਲ ਕਰਾਤਾ। ਕੀ ਹੋਇਆ ਵੀ ਤੁਹਾਡੇ ਦੇਸ਼ ਵਿੱਚ ਜਿਹੜਾ ਹੈ ਉਹ ਜਨਸੰਖਿਆ ਪਹਿਲਾਂ ਨਾਲੋਂ ਵੱਧ ਗਈ। ਅਗਰ ਜਨਸੰਖਿਆ ਵੱਧ ਗਈ ਤਾਂ ਸੋਚੋ ਬਿਨਾਂ ਕੀਮਤ ਦੇ ਘਟੇ ਹੀ ਜਿਹੜੀ ਹੈ ਉਹ ਮੰਗ ਵੱਧ ਜਾਣੀ ਹੈ। ਠੀਕ ਹੈ, ਹੋਰ ਸੋਚੋ ਵੀ ਆਪਾਂ ਕਹੀਏ ਵੀ ਪਹਿਲਾਂ ਮੈਨੂੰ ਇੱਕ ਚੀਜ਼ ਜਿਹੜੀ ਹੈ ਉਹ ਵਧੀਆ ਨਹੀਂ ਲੱਗਦੀ ਸੀ, ਹੁਣ ਮੈਨੂੰ ਚੀਜ਼ ਵਧੀਆ ਲੱਗਣੀ ਸ਼ੁਰੂ ਹੋ ਗਈ। ਤਾਂ ਹੁਣ ਕੀ ਹੋਏਗਾ, ਜਦੋਂ ਮੈਨੂੰ ਚੀਜ਼ ਪਹਿਲਾਂ ਨਾਲੋਂ ਵਧੀਆ ਲੱਗਣੀ ਸ਼ੁਰੂ ਹੋ ਜਾਏਗੀ ਤੇ ਮੈਂ ਕੀ ਕਰਾਂਗਾ, ਬਿਨਾਂ ਕੀਮਤ ਦੇ ਘਟੇ ਹੀ ਮੰਗ ਜਿਹੜੀ ਹੈ ਉਹ ਵਧਾ ਦਿਆਂਗਾ। ਮਤਲਬ ਮੇਰੀ ਰੁਚੀ ਜਿਹੜੀ ਹੈ ਉਸ ਚੀਜ਼ ਦੇ ਵਿੱਚ ਪੈਦਾ ਹੋਗੀ। ਮੈਂ ਕੀ ਕੀਤਾ, ਉਹਦੀ ਮੰਗ ਪਹਿਲਾਂ ਨਾਲੋਂ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ। ਮਤਲਬ ਮੈਂ ਕੀਮਤ ਦੇ ਘਟਣ ਦੀ ਵੇਟ ਹੀ ਨਹੀਂ ਕੀਤੀ, ਮੰਗ ਕੀ ਹੋ ਗਿਆ, ਪਹਿਲਾਂ ਨਾਲੋਂ ਵੱਧ ਗਈ। ਤਾਂ ਮੇਰੀਆਂ ਰੁਚੀਆਂ, ਮੇਰੀਆਂ ਪ੍ਰਾਥਮਿਕਤਾਵਾਂ ਉਹਨਾਂ ਨੇ ਵੀ ਕੀ ਕੀਤਾ, ਮੇਰੇ ਮੰਗ ਦੇ ਨਿਯਮ ਨੂੰ ਫੇਲ ਕਰਾਤਾ। ਹੁਣ ਮਤਲਬ ਇਹ ਹੋਇਆ ਵੀ ਜ਼ਰੂਰੀ ਨਹੀਂ ਹੈਗਾ ਵੀ ਕੀ ਹੋਏਗਾ, ਕੀਮਤ ਦੇ ਘਟਣ ਤੇ ਹੀ ਮੰਗ ਵਧੇ ਜਾਂ ਕੀਮਤ ਦੇ ਵਧਣ ਤੇ ਹੀ ਮੰਗ ਘਟੇ। ਬਿਨਾਂ ਕੀਮਤ ਦੇ ਵਧੇ ਵੀ ਮੰਗ ਘਟ ਸਕਦੀ ਹੈ ਤੇ ਬਿਨਾਂ ਕੀਮਤ ਦੇ ਘਟੇ ਵੀ ਮੰਗ ਵੱਧ ਸਕਦੀ ਹੈ। ਮਤਲਬ ਤੁਹਾਡਾ ਮੰਗ ਦਾ ਨਿਯਮ ਜਿਹੜਾ ਹੈ ਉਹ ਕੀ ਹੋ ਸਕਦਾ ਹੈ, ਫੇਲ ਹੋ ਸਕਦਾ ਹੈ। ਹੁਣ ਆਪਾਂ ਕਰਨਾ ਕੀ ਹੈ, ਆਪਾਂ ਕਰਨਾ ਇਹ ਹੈ ਕਿ ਆਪਾਂ ਦੇ ਮੰਗ ਦੇ ਨਿਯਮ ਨੂੰ ਫੇਲ ਹੋਣ ਤੋਂ ਬਚਾਣਾ ਹੈ। ਆਪਾਂ ਇਹ ਕਹਿਣਾ ਹੈ ਵੀ ਦੇਖੋ ਜੀ ਜਦੋਂ ਮੰਗ ਵਧੇਗੀ ਉਹ ਸਿਰਫ ਉਦੋਂ ਹੀ ਵਧੇਗੀ ਜਦੋਂ ਕੀਮਤ ਘਟੇਗੀ। ਆਪਾਂ ਨੂੰ ਸਾਬਿਤ ਕਰਨਾ ਹੈ ਵੀ ਜਦੋਂ ਕੀਮਤ ਘਟੇਗੀ ਉਦੋਂ ਹੀ ਮੰਗ ਵਧੇਗੀ, ਜਾਂ ਜਦੋਂ ਕੀਮਤ ਵਧੇਗੀ ਉਦੋਂ ਮੰਗ ਘਟੇਗੀ ਹੀ ਘਟੇਗੀ। ਤਾਂ ਆਪਾਂ ਨੂੰ ਕੀ ਕਰਨਾ ਪਏਗਾ, ਆਪਾਂ ਨੂੰ ਇਹ ਕਰਨਾ ਪਏਗਾ ਵੀ ਜੋ ਵੀ ਹੋਰ ਤੱਤ ਨੇ, ਯਾਨੀ ਜਦੋਂ ਆਪਾਂ ਕੀਮਤ ਦੀ ਗੱਲ ਕੀਤੀ ਸੀ ਵੀ ਕੀਮਤ ਕੀ ਕਰਦੀ ਹੈ, ਵਸਤੂ ਦੀ ਮੰਗ ਨੂੰ ਪ੍ਰਭਾਵਿਤ ਕਰਦੀ ਹੈ। ਦੂਜਾ ਆਪਾਂ ਕਿਹਾ ਸੀ ਵੀ ਸੰਬੰਧਿਤ ਵਸਤੂਆਂ ਦੀਆਂ ਕੀਮਤਾਂ ਵੀ ਮੰਗ ਨੂੰ ਪ੍ਰਭਾਵਿਤ ਕਰਦੀਆਂ ਨੇ, ਆਮਦਨ ਵੀ ਪ੍ਰਭਾਵਿਤ ਕਰਦੀ ਹੈ, ਰੁਚੀਆਂ ਪ੍ਰਾਥਮਿਕਤਾਵਾਂ ਵੀ ਪ੍ਰਭਾਵਿਤ ਕਰਦੀਆਂ ਨੇ, ਜਿਹੜੀ ਬਚਤ ਹੈ ਉਹ ਵੀ ਪ੍ਰਭਾਵਿਤ ਕਰਦੀ ਹੈ, ਜਾਇਦਾਦ ਵੀ ਪ੍ਰਭਾਵਿਤ ਕਰਦੀ ਹੈ, ਜਿਹੜੀ ਜਨਸੰਖਿਆ ਦਾ ਆਕਾਰ ਹੈ ਉਹ ਵੀ ਪ੍ਰਭਾਵਿਤ ਕਰਦਾ ਹੈ, ਸਰਕਾਰ ਦੀ ਨੀਤੀ, ਸਰਕਾਰ ਦੀ ਕਰ ਨੀਤੀ, ਦਿਖਾਵਾ, ਪ੍ਰਭਾਵ, ਮਸ਼ਹੂਰੀ, ਇਹ ਸਾਰੀਆਂ ਚੀਜ਼ਾਂ ਮੰਗ ਨੂੰ ਪ੍ਰਭਾਵਿਤ ਕਰਦੀਆਂ ਨੇ। ਆਪਾਂ ਕੀ ਚਾਹੁੰਦੇ ਆ, ਆਪਾਂ ਮੰਗ ਨੂੰ ਜਿਹੜਾ ਹੈ ਉਹ ਸੰਬੰਧਿਤ ਕਰਨਾ ਹੈ ਕਿਸ ਚੀਜ਼ ਦੇ ਨਾਲ, ਸਿਰਫ ਤੇ ਸਿਰਫ ਕੀਮਤ ਦੇ ਨਾਲ, ਹੋਰ ਕਿਸੇ ਚੀਜ਼ ਦੇ ਨਾਲ ਨਹੀਂ। ਮਤਲਬ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਜੇਕਰ ਮੰਗ ਬਦਲੇ ਤਾਂ ਕਿਸ ਕਰਕੇ ਬਦਲੇ, ਸਿਰਫ ਤੇ ਸਿਰਫ ਕੀਮਤ ਕਰਕੇ ਬਦਲੇ, ਬਾਕੀ ਚੀਜ਼ਾਂ ਕਰਕੇ ਨਾ ਬਦਲੇ। ਮਤਲਬ ਆਪਾਂ ਚਾਹੁੰਦੇ ਆ ਵੀ ਜਦੋਂ ਵੀ ਮੰਗ ਬਦਲੇ ਉਹ ਸਿਰਫ ਕੀਮਤ ਕਰਕੇ ਬਦਲੇ, ਉਹ ਆਮਦਨ ਕਰਕੇ ਨਹੀਂ ਬਦਲਣੀ ਚਾਹੀਦੀ, ਉਹ ਰੁਚੀਆਂ ਕਰਕੇ ਨਹੀਂ ਬਦਲਣੀ ਚਾਹੀਦੀ, ਉਹ ਜਿਹੜੇ ਬਚਤ ਕਰਕੇ ਨਹੀਂ ਬਦਲਣੀ ਚਾਹੀਦੀ, ਉਹ ਜਾਇਦਾਦ ਕਰਕੇ ਨਹੀਂ ਬਦਲਣੀ ਚਾਹੀਦੀ, ਉਹ ਸਰਕਾਰ ਦੀ ਨੀਤੀ ਕਰਕੇ ਨਹੀਂ ਬਦਲਣੀ ਚਾਹੀਦੀ, ਉਹ ਜਿਹੜੀ ਹੈ ਉਹ ਟੈਕਸ ਕਰਕੇ ਨਹੀਂ ਬਦਲਣੀ ਚਾਹੀਦੀ, ਉਹ ਜਨਸੰਖਿਆ ਦੇ ਆਕਾਰ ਕਰਕੇ ਨਹੀਂ ਬਦਲਣੀ ਚਾਹੀਦੀ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਕਰਕੇ ਨਹੀਂ ਬਦਲਣੀ ਚਾਹੀਦੀ। ਤਾਂ ਆਪਾਂ ਕੀ ਕਰਾਂਗੇ, ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰਾਂਗੇ, ਸਥਿਰ ਮੰਨ ਲਵਾਂਗੇ, ਫਿਕਸ ਮੰਨ ਲਵਾਂਗੇ, ਇਹ ਮੰਨ ਲਾਂਗੇ। ਹਾਲਾਂਕਿ ਇਹ ਸਥਿਰ ਹੁੰਦੀਆਂ ਨਹੀਂ ਹੈ, ਪਰ ਮੈਂ ਕੀ ਕਿਹਾ, ਆਪਾਂ ਕੀ ਕਰਾਂਗੇ, ਇਹਨਾਂ ਨੂੰ ਮੰਨ ਲਵਾਂਗੇ ਵੀ ਇਹ ਚੀਜ਼ਾਂ ਕੀ ਨੇ, ਸਥਿਰ ਨੇ। ਹੁਣ ਜਦੋਂ ਆਪਾਂ ਇਹ ਮੰਨ ਲਿਆ
ਵੀ ਦੇਖੋ ਜੀ ਨਾ ਤਾਂ ਸੰਬੰਧਿਤ ਵਸਤੂਆਂ ਦੀਆਂ ਕੀਮਤਾਂ ਬਦਲਦੀਆਂ, ਨਾ ਆਮਦਨ ਬਦਲਦੀ, ਨਾ ਰੁਚੀਆਂ ਬਦਲਦੀਆਂ, ਨਾ ਪ੍ਰਾਥਮਿਕਤਾਵਾਂ ਬਦਲਦੀਆਂ, ਨਾ ਮਸ਼ਹੂਰੀ ਹੁੰਦੀ, ਨਾ ਦਿਖਾਵਾ ਪ੍ਰਭਾਵ ਪੈਂਦਾ, ਨਾ ਬਚਤ ਹੁੰਦੀ, ਨਾ ਜਾਇਦਾਦ ਹੁੰਦੀ, ਨਾ ਜਨਸੰਖਿਆ ਦਾ ਆਕਾਰ ਬਦਲਦਾ, ਨਾ ਜਨਸੰਖਿਆ ਦਾ ਢਾਂਚਾ ਬਦਲਦਾ, ਨਾ ਸਰਕਾਰ ਦੀ ਨੀਤੀ ਬਦਲਦੀ, ਨਾ ਸਰਕਾਰ ਦੀ ਕਰ ਨੀਤੀ ਬਦਲਦੀ, ਕੁਝ ਨਹੀਂ ਬਦਲਦਾ। ਤਾਂ ਫਿਰ ਕੀ ਹੋਏਗਾ? ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਸਥਿਰ ਮੰਨ ਲਿਆ ਤਾਂ ਫਿਰ ਕੀ ਹੋਏਗਾ? ਫਿਰ ਇੱਕੋ ਹੀ ਚੀਜ਼ ਬਚੀ। ਉਹ ਕੀ ਬਚੀ? ਉਹ ਕੀਮਤ ਬਚੀ ਵੀ ਹੁਣ ਅਗਰ ਕੀਮਤ ਬਦਲੇਗੀ ਤਾਂ ਮੰਗ ਜਿਹੜੀ ਹੈ ਉਹ ਬਦਲੇਗੀ। ਆਪਾਂ ਸਿੱਧਾ ਨਹੀਂ ਕਹਿ ਸਕਦੇ ਵੀ ਕੀਮਤ ਦੇ ਘਟਣ ਤੇ ਮੰਗ ਵੱਧ ਜਾਏਗੀ, ਕੀਮਤ ਦੇ ਵਧਣ ਤੇ ਮੰਗ ਘਟ ਜਾਏਗੀ। ਕਿਉਂ? ਕਿਉਂਕਿ ਜਿਹੜੇ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਇਹ ਬਾਕੀ ਤੱਤ ਨੇ ਇਹ ਕੀ ਕਰਨਗੇ? ਤੁਹਾਡੀ ਇਸ ਗੱਲ ਨੂੰ ਫੇਲ ਕਰਾ ਦੇਣਗੇ। ਜੇ ਤੁਸੀਂ ਇਹਨੂੰ ਬਚਾਉਣਾ ਹੈ ਤਾਂ ਆਪਾਂ ਕੀ ਕਰਾਂਗੇ? ਆਪਾਂ ਇਹਨਾਂ ਸਾਰੀਆਂ ਬਾਕੀ ਚੀਜ਼ਾਂ ਨੂੰ ਕੀ ਕਰਾਂਗੇ? ਸਥਿਰ ਮੰਨ ਲਵਾਂਗੇ। ਕਹਿਣ ਦਾ ਮਤਲਬ ਕੀ ਹੈ ਕਿ ਆਪਾਂ ਮੰਗ ਦਾ ਨਿਯਮ ਜਦੋਂ ਵੀ ਲਿਖਣਾ ਹੈ ਪੇਪਰ ਦੇ ਵਿੱਚ, ਆਮ ਤੌਰ ਤੇ ਬੱਚੇ ਕੀ ਕਹਿੰਦੇ ਆ ਕਿ ਸਰ ਅਸੀਂ ਤਾਂ ਸਹੀ ਲਿਖ ਕੇ ਆਏ ਸੀ ਜੀ, ਮੰਗ ਦਾ ਨਿਯਮ ਉਹ ਗਲਤ ਹੋ ਗਿਆ ਜੀ। ਜਿਹੜੇ ਚੈੱਕ ਕਰਨ ਵਾਲੇ ਸਰ ਨੇ ਉਹਨਾਂ ਨੂੰ ਗਲਤ ਕਰਤਾ। ਉਹ ਗਲਤ ਕਿਉਂ ਕਰਦੇ ਨੇ? ਉਹ ਕੀ ਕਰਦੇ ਆ? ਪੂਰਾ ਮੰਗ ਦਾ ਨਿਯਮ ਜਿਹੜਾ ਹੈ ਉਹ ਲਿਖ ਦਿੰਦੇ ਨੇ, ਸਿਰਫ ਜਿਹੜਾ ਪਹਿਲੇ ਕੁਝ ਸ਼ਬਦ ਜਿਹੜੇ ਨੇ ਉਹ ਮਿਸ ਕਰ ਜਾਂਦੇ ਨੇ। ਉਹ ਕੀ ਨੇ? ਉਹ ਕਹਿੰਦਾ ਹੈ ਕਿ ਹੋਰ ਗੱਲਾਂ, ਠੀਕ ਹੈ ਜੀ, ਹੋਰ ਗੱਲਾਂ ਸਮਾਨ ਰਹਿਣ ਤੇ। ਬਸ ਆ ਸ਼ਬਦ ਜਿਹੜੇ ਲਾਣੇ ਨੇ ਨਾ, ਬਸ ਇੰਨਾ ਨਹੀਂ ਲਾਉਂਦੇ ਬੱਚੇ ਲਿਖਣ ਲੱਗਿਆ। ਇੱਥੇ ਜਿਹੜਾ ਉਹ ਗਲਤ ਕਰ ਜਾਂਦੇ ਨੇ। ਕੀ ਹੈ? ਉਹ ਕਹਿੰਦਾ ਵੀ ਜੇਕਰ ਹੋਰ ਗੱਲਾਂ ਸਮਾਨ ਰਹਿਣ ਤਾਂ ਐਵੇਂ ਨਹੀਂ ਮੰਗ ਦਾ ਨਿਯਮ ਲਾਗੂ ਹੋਣਾ। ਐਵੇਂ ਨਹੀਂ ਹੈਗਾ ਵੀ ਕੀਮਤ ਘਟੇਗੀ ਤਾਂ ਮੰਗ ਵੱਧ ਜਾਏਗੀ, ਕੀਮਤ ਵਧੇਗੀ ਤਾਂ ਮੰਗ ਘਟ ਜਾਏਗੀ। ਐਵੇਂ ਨਹੀਂ ਹੈਗਾ। ਜੇ ਬਾਕੀ ਗੱਲਾਂ ਸਮਾਨ ਰਹਿਣਗੀਆਂ, ਸਥਿਰ ਰਹਿਣਗੀਆਂ, ਬਰਾਬਰ ਰਹਿਣਗੀਆਂ, ਉਹਨਾਂ 'ਚ ਕੋਈ ਬਦਲਾਵ ਨਹੀਂ ਆਏਗਾ ਤਾਂ ਠੀਕ ਹੈ, ਤਾਂ ਕੀ ਹੋਏਗਾ? ਹੋਰ ਗੱਲਾਂ ਸਮਾਨ ਰਹਿਣ ਤੇ ਕੀ ਹੁੰਦਾ ਹੈ? ਆਪਾਂ ਕਹਾਂਗੇ ਕੀਮਤ ਅਤੇ ਮੰਗ ਵਿੱਚ ਕਿਹੜਾ ਸੰਬੰਧ ਪਾਇਆ ਜਾਂਦਾ ਹੈ? ਵਿੱਚ ਵਿਪਰੀਤ ਸੰਬੰਧ ਜਿਹੜਾ ਹੈ ਉਹ ਪਾਇਆ ਜਾਂਦਾ ਹੈ। ਵਿਪਰੀਤ ਮਤਲਬ ਉਲਟਾ। ਜਿਹੜਾ ਮੰਗ ਹੈ ਤੇ ਜਿਹੜੀ ਕੀਮਤ ਹੈ ਇਹਨਾਂ 'ਚ ਕੀ ਹੋਏਗਾ? ਵਿਪਰੀਤ ਸੰਬੰਧ ਪਾਇਆ ਜਾਂਦਾ ਹੈ। ਭਾਵ ਕੀ ਹੋਏਗਾ? ਕਹਿੰਦਾ ਭਾਵ ਕੀ ਹੈ? ਵੀ ਕੀਮਤ ਦੇ ਘਟਣ ਤੇ ਮੰਗ ਕੀ ਹੋਏਗਾ? ਵੱਧ ਜਾਂਦੀ ਹੈ ਅਤੇ ਕੀਮਤ ਦੇ ਵਧਣ ਤੇ ਮੰਗ ਘਟ ਜਾਂਦੀ ਹੈ। यानी अगर तुसी ये जेडे पहले वाले शब्द नहीं लिखे, अगर तुसी इन्ना नहीं लिखिया कि होर गल्लां समान रहन ते तां की होएगा? अगर तुसी इत्थों शुरू करता ना भी कीमत अते मंग विच विपरीत संबंध पाया जांदा है, भाव कीमत दे घटन ते मंग वध जांदी है ते कीमत दे वधन ते मंग घट जांदी है। जेड़ा पेपर चेक करने वाला है वो कहेगा भाई साहब तुहाडी आ गल नूं तां मैं हुणे कट देना, तुसी क्या लॉजिक की होएगा? कीमत दे घटन ते मंग वधेगी, भी जदों कीमत घटेगी उदों मंग वधेगी। वो कहेगा मेरी तो आमदन वध गई सी, मैं तो कीमत दे घटन दी वेट ही नहीं कीती, मैं तो बिना कीमत दे घटे ही मंग वधाती। तुस तां इह कहंदे पिओ भी कीमत दे घटन ते मंग वधेगी, यानी तुहाडा नियम की हो गया? फेल हो गया। आपां आदे नियम नूं फेल होण तो बचाना है। आपां की कीता? आपां इह करता होर गल्लां समान रहन ते, मतलब कहंदा की है भी जिन्ने भी मंग नूं प्रभावित करने वाले तत्त ने ਜਿਹੜੇ ਆਪਾਂ ਮੰਗ ਫਲਨ ਦੇ ਵਿੱਚ ਕੀਤੇ ਸੀ, ਅਗਰ ਸਿਰਫ ਤੇ ਸਿਰਫ ਕੀਮਤ ਨੂੰ ਛੱਡ ਦਈਏ, ਕਿਉਂਕਿ ਕੀਮਤ ਦਾ ਤਾਂ ਆਪਾਂ ਸੰਬੰਧ ਦਿਖਾਣਾ ਹੈ ਮੰਗ ਦੇ ਨਾਲ। ਜੇਕਰ ਆਪਾਂ ਕੀਮਤ ਨੂੰ ਛੱਡ ਦਈਏ, ਕੀਮਤ ਤੋਂ ਇਲਾਵਾ ਆਪਾਂ ਜਿੰਨੇ ਵੀ ਤੱਤ ਕੀਤੇ ਸੀ, ਚਾਹੇ ਆਪਾਂ ਉਹ ਵਿਅਕਤੀਗਤ ਮੰਗ ਫਲਨ ਦੇ ਵਿੱਚ ਕੀਤੇ ਸੀ, ਚਾਹੇ ਆਪਾਂ ਬਾਜ਼ਾਰ ਮੰਗ ਫਲਨ ਦੇ ਵਿੱਚ ਕੀਤੇ ਸੀ, ਜਿੰਨੇ ਵੀ ਇਹ ਤੱਤ ਨੇ ਉਹ ਕਹਿੰਦਾ ਕਿਸੇ 'ਚ ਕੋਈ ਬਦਲਾਵ ਨਹੀਂ ਆਣਾ ਚਾਹੀਦਾ, ਸਾਰੇ ਸਮਾਨ ਰਹਿਣ ਚਾਹੀਦੇ ਨੇ, ਤਾਂ ਮੰਗ ਦਾ ਨਿਯਮ ਲਾਗੂ ਹੋਏਗਾ, ਨਹੀਂ ਤਾਂ ਮੰਗ ਦਾ ਨਿਯਮ ਲਾਗੂ ਨਹੀਂ ਹੋਏਗਾ। ਮਤਲਬ ਕੀ ਹੈ, ਜਦੋਂ ਆਪਾਂ ਮੰਗ ਦਾ ਨਿਯਮ ਲਿਖਦੇ ਆ ਨਾ ਤਾਂ ਆਪਾਂ ਨੂੰ ਇੱਕ ਚੀਜ਼ ਸਿਖਾਈ ਜਾਂਦੀ ਹੈ ਵੀ ਤੁਹਾਨੂੰ ਕੀ ਕਰਨਾ ਪਏਗਾ, ਤੁਹਾਨੂੰ ਮਾਨਤਾਵਾਂ ਜਿਹੜੀਆਂ ਨੇ ਉਹ ਲੈਣੀਆਂ ਪੈਣਗੀਆਂ। ਮਾਨਤਾਵਾਂ ਇਹ ਆਪਾਂ ਆਲਰੇਡੀ ਆਪਣੇ ਪਿਛਲੇ ਚੈਪਟਰ 'ਚ ਵੀ ਡਿਸਕਸ ਕੀਤਾ ਸੀ।
ਮਾਨਤਾਵਾਂ ਕੀ ਚੀਜ਼ ਹੈ? ਮਾਨਤਾਵਾਂ ਹੁੰਦਾ ਹੈ ਮੰਨ ਕੇ ਚੱਲਣਾ। ਮਤਲਬ ਆਪਾਂ ਜਦੋਂ ਵੀ ਇਕਨੋਮਿਕਸ ਦੀ ਗੱਲ ਕਰਦੇ ਆ ਆਪਾਂ ਹਮੇਸ਼ਾ ਇਹ ਕਹਿੰਦੇ ਆ ਵੀ ਜਿਹੜੀ ਇਕਨੋਮਿਕਸ ਹੈ ਉਹ ਕੀ ਹੈ? ਉਹ ਇੱਕ ਸਮਾਜਿਕ ਵਿਗਿਆਨ ਹੈ। ਮਤਲਬ ਕੋਈ ਕੁਦਰਤੀ ਵਿਗਿਆਨ ਨਹੀਂ ਹੈਗਾ ਜਿਵੇਂ ਫਿਜ਼ਿਕਸ ਹੈ, ਕੈਮਿਸਟਰੀ ਹੈ, ਬਾਇਓਲੋਜੀ ਹੈ। ਕੋਈ ਕੁਦਰਤੀ ਵਿਗਿਆਨ ਨਹੀਂ ਹੈਗਾ ਵੀ ਜਿਨ੍ਹਾਂ ਦੇ ਨਿਯਮ ਜਿਹੜੇ ਨੇ ਹਰੇਕ ਥਾਂ ਤੇ ਲਾਗੂ ਹੋਣਗੇ, ਹਰੇਕ ਸਮੇਂ ਤੇ ਲਾਗੂ ਹੋਣਗੇ, ਹਰੇਕ ਵਿਅਕਤੀ ਤੇ ਲਾਗੂ ਹੋਣਗੇ। ਇਕਨੋਮਿਕਸ ਦੇ ਨਿਯਮ ਇਸ ਤਰ੍ਹਾਂ ਨਹੀਂ ਹੈਗੇ। ਇਕਨੋਮਿਕਸ ਦੇ ਨਿਯਮ ਕੀ ਨੇ? ਇੱਕ ਥਾਂ ਤੇ ਲਾਗੂ ਹੋਣਗੇ ਤੇ ਦੂਜੀ ਥਾਂ ਤੇ ਨਹੀਂ ਹੋਣਗੇ। ਇੱਕ ਟਾਈਮ ਤੇ ਹੋਣਗੇ, ਦੂਜੇ ਟਾਈਮ ਤੇ ਨਹੀਂ ਹੋਣਗੇ। ਇੱਕ ਵਿਅਕਤੀ ਤੇ ਹੋਣਗੇ, ਦੂਜੇ ਵਿਅਕਤੀ ਤੇ ਨਹੀਂ ਹੋਣਗੇ। ਤਾਂ ਹੀ ਆਪਾਂ ਇਹਨੂੰ ਸਮਾਜਿਕ ਵਿਗਿਆਨ ਕਹਿੰਦੇ ਆ, ਜਿੰਦੇ ਨਿਯਮ ਸਮਾਜ ਵਿੱਚ ਬਦਲਾਵ ਹੋਣ ਦੇ ਨਾਲ ਨਾਲ ਕੀ ਹੁੰਦਾ ਹੈ? ਬਦਲਦੇ ਰਹਿੰਦੇ ਨੇ। ਤਾਂ ਕੀ ਹੋਏਗਾ? ਹੁਣ ਆਪਾਂ ਨੂੰ ਪਤਾ ਹੈ ਵੀ ਆਪਣਾ ਜਿਹੜਾ ਵਿਗਿਆਨ ਹੈ ਉਹ ਇੱਕ ਸਮਾਜਿਕ ਵਿਗਿਆਨ ਹੈ। ਉਹ ਹਰੇਕ ਵਿਅਕਤੀ ਤੇ ਲਾਗੂ ਨਹੀਂ ਹੁੰਦਾ, ਹਰੇਕ ਥਾਂ ਤੇ ਲਾਗੂ ਨਹੀਂ ਹੁੰਦਾ, ਹਰੇਕ ਸਮੇਂ ਤੇ ਲਾਗੂ ਨਹੀਂ ਹੁੰਦਾ, ਹਰੇਕ ਵਸਤੂ ਤੇ ਲਾਗੂ ਨਹੀਂ ਹੁੰਦਾ। ਤਾਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਕੀ ਕਰਨਗੀਆਂ? ਤੁਹਾਡੇ ਨਿਯਮ ਨੂੰ ਫੇਲ ਕਰਾਂਗੀਆਂ। ਹੁਣ ਜੋ ਤੁਹਾਨੂੰ ਲੱਗਦਾ ਹੈ ਵੀ ਆਹ ਚੀਜ਼ ਜਿਹੜੀ ਹੈ ਨਾ ਇਹ ਮੇਰੇ ਮੰਗ ਦੇ ਨਿਯਮ ਨੂੰ ਫੇਲ ਕਰਾ ਸਕਦੀ ਹੈ, ਤਾਂ ਆਪਾਂ ਕੀ ਕਰਾਂਗੇ? ਉਹਨਾਂ ਨੂੰ ਪਹਿਲਾਂ ਹੀ ਕੀ ਕਰਾਂਗੇ? ਸਥਿਰ ਮੰਨ ਲਾਂਗੇ, ਮੰਨ ਲਾਂਗੇ ਵੀ ਉਹਨਾਂ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਹੁੰਦਾ ਹੀ ਨਹੀਂ। ਜੇ ਉਹਨਾਂ 'ਚ ਬਦਲਾਵ ਹੁੰਦਾ ਹੀ ਨਹੀਂ ਫਿਰ ਕੋਈ ਕਿਵੇਂ ਕਹਿ ਸਕਦਾ ਹੈ ਕਿ ਲੋ ਜੀ ਮੈਂ ਤਾਂ ਬਿਨਾਂ ਕੀਮਤ ਦੇ ਘਟੇ ਹੀ ਮੰਗ ਵਧਾ ਲਈ ਸੀ ਕਿਉਂਕਿ ਮੇਰੀ ਤਾਂ ਆਮਦਨ ਵੱਧ ਗਈ ਸੀ। ਆਪਾਂ ਕਹਾਂਗੇ ਲੋ ਜੀ ਅਸੀਂ ਤਾਂ ਆਮਦਨ ਨੂੰ ਸਥਿਰ ਮੰਨ ਕੇ ਚੱਲਦੇ ਪਏ ਆ। ਯਾਨੀ ਅਸੀਂ ਸਿਰਫ ਉਹਨਾਂ ਲੋਕਾਂ ਦੀ ਗੱਲ ਕਰਦੇ ਪਏ ਆ ਜਿਨ੍ਹਾਂ ਦੀ ਆਮਦਨ 'ਚ ਬਦਲਾਵ ਨਹੀਂ ਹੁੰਦਾ। ਤੁਹਾਡੀ ਤਾਂ ਆਮਦਨ ਬਦਲ ਗਈ, ਤੁਹਾਡੀ ਤਾਂ ਅਸੀਂ ਗੱਲ ਹੀ ਨਹੀਂ ਕਰਨੀ, ਤੁਹਾਨੂੰ ਤਾਂ ਅਸੀਂ ਪਹਿਲਾਂ ਹੀ ਬਾਹਰ ਕੱਢਦੇ ਪਏ ਆ। ਤਾਂ ਆਪਾਂ ਕੀ ਕਰਾਂਗੇ? ਅਜਿਹੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕੀ ਕਰਦੀਆਂ ਨੇ ਆਪਣੇ ਮੰਗ ਦੇ ਨਿਯਮ ਨੂੰ ਫੇਲ ਕਰਾ ਸਕਦੀਆਂ ਨੇ, ਉਹਨੂੰ ਕੀ ਕਰਾਂਗੇ? ਆਪਾਂ ਸਥਿਰ ਮੰਨ ਲਾਂਗੇ, ਉਹਨੂੰ ਆਪਾਂ ਮਾਨਤਾਵਾਂ ਦੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਕਰ ਲਾਂਗੇ। ਜਿਵੇਂ ਹੁਣ ਆਪਾਂ ਕੀ ਕਰਨਾ ਹੈ, ਇਹਦੇ 'ਚ ਬਹੁਤ ਸੌਖਾ ਹੈ। ਆਪਾਂ ਆਪਣੇ ਜੋ ਪਿਛਲਾ ਜਿਹੜਾ ਆਪਣਾ ਕੁਐਸਚਨ ਸੀ ਉਹਦੇ 'ਚ ਆਪਾਂ ਕੀ ਕੀਤਾ ਸੀ? ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕੀਤੇ ਸੀ। ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਚ ਕਿਹੜੇ ਸੀ? ਬਹੁਤ ਸਾਰੇ ਕੀਤੇ। ਪਹਿਲਾਂ ਵਿਅਕਤੀਗਤ ਮੰਗ ਫਲਨ ਕੀਤਾ, ਬਾਜ਼ਾਰ ਮੰਗ ਫਲਨ ਕੀਤਾ। ਸਿਰਫ ਇੱਕ ਨਾ ਕੀਮਤ ਨੂੰ ਛੱਡ ਦੇਣਾ ਹੈ, ਠੀਕ ਹੈ? ਕੀਮਤ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਚੀਜ਼ਾਂ ਹੈ ਸਭ ਨੂੰ ਕੀ ਕਰਨਾ ਹੈ? ਸਥਿਰ ਮੰਨ ਲੈਣਾ ਹੈ, ਉਹਨਾਂ 'ਚ ਬਦਲਾਵ ਹੋਣ ਹੀ ਨਹੀਂ ਦੇਣਾ। ਜਿਵੇਂ ਕੀਮਤ ਤੋਂ ਬਾਅਦ ਆਪਾਂ ਕਿਹੜਾ ਪੁਆਇੰਟ ਕੀਤਾ ਸੀ? ਆਪਾਂ ਕਿਹਾ ਸੀ ਸੰਬੰਧਿਤ ਵਸਤੂਆਂ ਦੀਆਂ ਕੀਮਤਾਂ। ਤਾਂ ਲਿਖ ਲਓ ਇੱਥੇ ਕਿ ਸੰਬੰਧਿਤ ਵਸਤੂਆਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਵ ਨਹੀਂ ਹੁੰਦਾ। ਠੀਕ ਹੈ? ਕਿਉਂ? ਕਿਉਂਕਿ ਜੇਕਰ ਮੈਂ ਇਹ ਚੀਜ਼ ਨਾ ਮੰਨ ਕੇ ਚੱਲਿਆ, ਹੁਣ ਕੀ ਹੋਇਆ? ਹੁਣ ਸੰਬੰਧਿਤ ਵਸਤੂਆਂ ਯਾਦ ਕਰੋ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਹੁੰਦੀਆਂ ਨੇ ਜਿਹਨੂੰ ਆਪਾਂ ਕਹਿੰਦੇ ਆ ਸਥਾਨਾਪੰਨ ਵਸਤੂਆਂ, ਇੱਕ ਹੁੰਦੀਆਂ ਨੇ ਜਿਹਨੂੰ ਆਪਾਂ ਕਹਿੰਦੇ ਆ ਪੂਰਕ ਵਸਤੂਆਂ। ਆਪਾਂ ਸਥਾਨਾਪੰਨ ਵਸਤੂ, ਪੂਰਕ ਵਸਤੂ ਐਗਜ਼ਾਮਪਲ ਲਈ ਸੀ। ਅਗਰ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਸਥਾਨਾਪੰਨ ਵਸਤੂ ਦੇ ਵਿੱਚ ਆਪਾਂ ਲਿਮਕਾ ਤੇ ਆਪਾਂ ਫੈਂਟਾ ਦੀ ਐਗਜ਼ਾਮਪਲ ਲਈ ਸੀ। ਹੁਣ ਕੀ ਹੋਇਆ ਸੀ? ਮੈਂ ਕਿਹਾ ਸੀ ਵੀ ਮੰਨ ਲਓ ਵੀ ਤੁਹਾਡੀ ਵਸਤੂ ਜਿਹੜੀ ਹੈ ਉਹ ਕੀ ਹੈ? ਉਹ ਲਿਮਕਾ ਹੈ। ਮਤਲਬ ਹੁਣ ਤੁਸੀਂ ਕੀ ਕਰਨਾ ਹੈ? ਆਦੀ ਵਸਤੂ ਦੀ ਕੀਮਤ ਵਿੱਚ ਬਦਲਾਵ ਨਹੀਂ ਕਰਨਾ। ਤਾਂ ਮੈਂ ਕੀ ਕੀਤਾ? ਬਰਾਬਰ ਦਾ ਨਿਸ਼ਾਨ ਲਾਤਾ। ਤਾਂ ਫੈਂਟਾ ਜਿਹੜੀ ਹੈ ਉਹ ਕੀ ਹੋ ਗਿਆ? ਪਹਿਲਾਂ ਨਾਲੋਂ ਹੋ ਗਈ ਸਸਤੀ। ਜੇ ਫੈਂਟਾ ਸਸਤੀ ਹੋਗੀ ਤਾਂ ਇਹਦਾ ਮਤਲਬ ਕੀ ਹੋਏਗਾ? ਲੋਕੀ ਫੈਂਟਾ ਜ਼ਿਆਦਾ ਖਰੀਦਣਗੇ। ਫੈਂਟਾ ਜ਼ਿਆਦਾ ਖਰੀਦਣਗੇ ਤਾਂ ਕੀ ਹੋਏਗਾ? ਲਿਮਕਾ ਘੱਟ ਖਰੀਦਣਗੇ। ਕਿਉਂ? ਕਿਉਂਕਿ ਲਿਮਕਾ ਹੁਣ ਉਹਨਾਂ ਨੂੰ ਮਹਿੰਗੀ ਲੱਗਣੀ ਸ਼ੁਰੂ ਹੋ ਜਾਏਗੀ। ਤਾਂ ਲਿਮਕਾ ਦੀ ਮੰਗ ਕੀ ਹੋ ਜਾਏਗਾ? ਘਟ ਜਾਏਗੀ। ਜੇ ਹੁਣ ਦੇਖੋ ਧਿਆਨ ਨਾਲ, ਹੁਣ ਤੁਹਾਡੀ ਵਸਤੂ ਦੀ ਕੀਮਤ ਵਿੱਚ ਕੋਈ ਬਦਲਾਵ ਨਹੀਂ ਹੋਇਆ, ਪਰ ਤੁਹਾਡੀ ਜਿਹੜੀ ਸਥਾਨਾਪੰਨ ਵਸਤੂ ਸੀ ਉਹ ਕੀ ਹੋਇਆ? ਉਹ ਸਸਤੀ ਹੋ ਜਾਣ ਕਰਕੇ ਤੁਹਾਡੀ ਚੀਜ਼ ਹੁਣ ਮਹਿੰਗੀ ਲੱਗਣੀ ਸ਼ੁਰੂ ਹੋ ਗਈ। ਤਾਂ ਕੀ ਹੋਇਆ? ਉਹਦੀ ਮੰਗ ਘਟ ਗਈ। ਯਾਨੀ ਹੁਣ ਤੁਹਾਡੀ ਵਸਤੂ ਦੀ ਮੰਗ ਘਟ ਗਈ, ਪਰ ਕੀ ਤੁਹਾਡੀ ਵਸਤੂ ਦੀ ਕੀਮਤ ਬਦਲੀ? ਨਹੀਂ ਬਦਲੀ। ਆਪਾਂ ਕੀ ਕਿਹਾ ਸੀ? ਆਪਾਂ ਕਿਹਾ ਸੀ ਕੀਮਤ ਦੇ ਘਟਣ ਤੇ ਮੰਗ ਵਧੇਗੀ ਤੇ ਕੀਮਤ ਦੇ ਵਧਣ ਤੇ ਮੰਗ ਘਟੇਗੀ। ਯਾਨੀ ਜਦੋਂ ਕੀਮਤ ਵਧੇਗੀ ਉਦੋਂ ਮੰਗ ਘਟੇਗੀ। ਯਾਨੀ ਇੱਥੇ ਤਾਂ ਬਿਨਾਂ ਕੀਮਤ ਦੇ ਵਧੇ ਹੀ ਮੰਗ ਘਟ ਗਈ। ਯਾਨੀ ਤੁਹਾਡੇ ਮੰਗ ਦੇ ਨਿਯਮ ਨੂੰ ਇਹਨੇ ਫੇਲ ਕਰਾਤਾ। ਯਾਨੀ ਆਪਾਂ ਮੰਨ ਲਾਂਗੇ ਕਿ ਜਿਹੜੀ ਸਥਾਨਾਪੰਨ ਵਸਤੂਆਂ ਨੇ ਉਹਦੀ ਕੀਮਤ 'ਚ ਬਦਲਾਵ ਹੀ ਨਹੀਂ ਹੁੰਦਾ। ਯਾਨੀ ਆਪਾਂ ਮੰਨ ਲਾਂਗੇ ਫੈਂਟਾ ਦੀ ਕੀਮਤ ਨਹੀਂ ਬਦਲਦੀ। ਯਾਨੀ ਹੁਣ ਜਿਹੜੀ ਇਹਦੀ ਕੀਮਤ ਦਾ ਆਪਣੀ ਵਸਤੂ ਲਿਮਕਾ ਦੀ ਮੰਗ ਤੇ ਪੈਣ ਵਾਲਾ ਪ੍ਰਭਾਵ ਹੈ ਉਹ ਕੀ ਹੋ ਗਿਆ? ਆਪਾਂ ਖਤਮ ਕਰਤਾ। ਤਾਂ ਆਪਾਂ ਬਚਾ ਲਿਆ ਦੇ ਨਿਯਮ ਨੂੰ। ਇਸ ਤਰ੍ਹਾਂ ਹੀ ਆਪਾਂ ਐਗਜ਼ਾਮਪਲ ਲਈ ਸੀ ਕਾਰ ਦੀ ਤੇ ਪੈਟਰੋਲ ਦੀ।
ठीक है। हुण आपां मान लिया भी साडी वस्तु जिहड़ी है वो पेट्रोल है, ठीक है। हुण की होया, हुण तुहाडी वस्तु की कीमत नहीं बदली, वो उन्नी दी उन्नी है, यानी आपां कीमत नूं बराबर रख लिया। जिहड़ी कार है वो होगी पहला नालों सस्ती। जे कार सस्ती होएगी तो कार दी मांग वधेगी, लोकी कार ज्यादा खरीदणगे। जे कार ज्यादा खरीदणगे तो फिर पेट्रोल दी मांग भी की हो जाएगा, वध जाएगी। यानी हुण सोचो की होया, पेट्रोल दी मांग वध गई कि पर की पेट्रोल दी कीमत घटी ना। आपां की क्या सी, आपां क्या सी, जदों कीमत घटेगी तां मांग वधेगी। इत्थे तां बिना कीमत दे घटे ही मांग वधदी पई है, यानी फिर अपने मांग दा नियम फेल हो गया। तां मान लो भी इहदे च भी कोई बदलाव नहीं हुंदा। मतलब आपां मान लांगे भी जिहड़ियां संबंधित वस्तुआं ने, चाहे वो प्रतिस्थापन वस्तुआं ने, चाहे वो स्थानापन्न वस्तुआं ने, किसी तरह दियां वस्तुआं दे विच जिहड़ा किसी तरह दा कोई बदलाव नहीं आंदा, ताकि आपां की कर सकीए, अपने जिहड़े मंग दा नियम है उन्होंने आपां फेल होने तो जिहड़ा वो आपां बचा सकीए। ठीक हो गया। तो पहली मानता आपां ले ली भी संबंधित वस्तुआं दी कीमतां च कोई बदलाव जिहड़ा वो नहीं हुंदा। नंबर 2 आपां क्या भी जिहड़ी आमदन है, आमदन विच कोई बदलाव नहीं हुंदा। ठीक है। हुण देखो, अगर मैं ये ना मन्ना, मतलब मैं मान लवा भी लो जी आमदन विच तां बदलाव हुंदा है, तो की होएगा, मेरा मंग दा नियम फेल हो जाएगा। किवें? सपोज करो मैं क्या सी भी जदों कीमत घटेगी तां मंग वधेगी। मतलब बिना कीमत दे घटे मंग को नहीं वधन वाली। कौन कह रहा है? मंग दा नियम कह रहा है भी देखो कीमत घटेगी तां ही मंग वधेगी। एवें मंग वधन दा कोई हिसाब किताब नहींगा। मैं कहूंगा मेरी आमदन वध गई, मेरी आमदन वध गई तो मैं की कीता, बिना कीमत दे घटे की कीता, मंग वधा ली। मैं कहूंगा लो जी तुहाडे मंग दा नियम तो मैं फेल कराता। आपां मान लिया भी आमदन च बदलाव ही नहीं हुंदा। जिवें वो कहता है भी जदों कीमत वधेगी तां मंग घटेगी। मतलब अगर मंग घटानी है तो की करना पेगा, कीमत नूं वधना पेगा। बिना कीमत दे वधे मंग को नहीं घटनी। पर होया कि सपोज करो कि मेरी आमदन पहला नालों घट गई, मेरे को पैसे घट रह गए। अगर मेरे को पैसे घट रह गए तो मैं मंग भी की करांगा, घट करांगा। हालांकि कीमत तो नहीं बदली ना, मेरी आमदन घटन करके मैं मंग घट करती। यानी वो तो कहता सी भी जदों कीमत वधेगी उदों मंग घट होएगी, पर मैं तो कीमत दे बिना घटे या बिना वधे ही आदि मंग बदलदा पिया। किंदे करके? आमदन करके। यानी जरा आमदन विच बदलाव है वो की कर रहा है, वो मेरे मंग दे नियम नूं फेल करा रहा है। तो आपां मान लांगे कि आमदन विच भी कोई बदलाव नहीं हुंदा। नंबर 3 हुण होर आपां की लिया, आपां लांगे भी जिन्नियां भी रुचियां ने, ठीक है, आते प्राथमिकतावां ने। ठीक है। मतलब जो मेनू चीज वधिया लगदी सी, ठीक है, उन्हां विच भी रुचियां अते प्राथमिकतावां विच कोई बदलाव नहीं हुंदा। ठीक है। जिवें आपां क्या भी एक चीज मैनू पहला चंगी नहीं लगदी सी, ठीक है, मैनू पहला चंगी नहीं लगदी सी, हुण मैनू चंगी लगनी शुरू हो गई। तो मैं की कीता, उनदी मंग ज्यादा करनी शुरू करती। हुण सोचो ये नियम कहंदा सी जदों कीमत घटेगी तां मंग वधेगी, पर कीमत तो घटी नहीं। सिर्फ फर्क इन्ना पिया कि पहला मैनू वो चीज चंगी नहीं लगदी सी, हुण मैनू चंगी लगनी शुरू हो गई। तो मैं तो बिना कीमत दे घटे ही उनदी मंग वधाती, यानी मैं मंग दा नियम फेल कराता। तो आप मान लांगे भी रुचियां ते प्राथमिकतावां विच भी कोई बदलाव नहीं हुंदा। मतलब जो चीज़ां पहला तुहानू चंगियां नहीं लगदियां सी वो हुण भी चंगियां नहीं लगदियां, जिहड़ियां पहला चंगियां लगदियां सी वो हुण भी चंगियां लगदियां। किसी तरह की रुचि नहीं बदलती, किसी तरह की आमदन नहीं बदलती, किसी तरह की प्राथमिकता नहीं बदलती, इन्हां किसी तरह का कोई बदलाव जिहड़ा है वो नहीं आंदा। होर की आपां लिया सी, आपां लिया सी भी जिहड़ा उपभोगता दी बचत है वो की करदी है, वो प्रभावित करदी है। तो आपां मान लैंदे आ कि उपभोगता दी बचत विच कोई बदलाव नहीं आउंदा। क्यों नहीं आंदा? क्योंकि सोचो कि जेकर मैं पहला नालों ज्यादा बचत करनी शुरू करती तो मैं की करांगा, खर्चा
ਘੱਟ ਕਰਾਂਗਾ, ਜੇ ਮੈਂ ਖਰਚਾ ਘੱਟ ਕਰਾਂਗਾ ਤਾਂ ਕੀ ਹੋਏਗਾ, ਮੰਗ ਘਟ ਗਈ। ਪਰ ਮੈਂ ਇਹ ਕਹਿੰਦਾ ਵੀ ਜਦੋਂ ਕੀਮਤ ਵਧੇਗੀ ਉਦੋਂ ਮੰਗ ਘਟੇਗੀ, ਪਰ ਕੀਮਤ ਤਾਂ ਵਧੀ ਨਹੀਂ। ਤਾਂ ਸਿਰਫ ਫਰਕ ਇੰਨਾ ਹੋਇਆ ਕਿ ਮੈਂ ਬਚਤ ਜ਼ਿਆਦਾ ਕਰਨੀ ਸ਼ੁਰੂ ਕਰਤੀ, ਤਾਂ ਕੀ ਹੋਇਆ, ਬਿਨਾਂ ਕੀਮਤ ਦੇ ਵਧੇ ਹੀ ਮੰਗ ਘਟ ਗਈ, ਮਤਲਬ ਮੰਗ ਦਾ ਨਿਯਮ ਫੇਲ। ਕਿੰਨੇ ਕਰਾਇਆ, ਬਚਤ ਨੇ ਕਰਾਇਆ ਨਾ, ਤਾਂ ਮੰਨ ਲਓ ਬਚਤ ਵਿੱਚ ਬਦਲਾਵ ਵੀ ਨਹੀਂ ਹੁੰਦਾ। ਨੰਬਰ 5 ਆਪਾਂ ਲੈਨੇ ਆ ਕਿ ਜਾਇਦਾਦ ਵਿੱਚ ਵੀ ਕੋਈ ਬਦਲਾਵ ਨਹੀਂ ਹੁੰਦਾ। ਠੀਕ ਹੈ, ਆਪਾਂ ਇਹ ਮੰਨ ਕੇ ਚੱਲੇ ਸੀ ਵੀ ਜਿਹੜੀ ਉਪਭੋਗਤਾ ਦੀ ਜਾਇਦਾਦ ਹੈ, ਅਗਰ ਉਹ ਪਹਿਲਾਂ ਨਾਲ ਵੱਧ ਜਾਂਦੀ ਹੈ ਤਾਂ ਉਹਦੇ ਕੋਲ ਮੰਨ ਲਓ ਕੋਈ ਨਵੇਂ ਮਕਾਨ, ਦੁਕਾਨ, ਜ਼ਮੀਨਾਂ ਉਹਦੇ ਨਾਮ ਤੇ ਲੱਗ ਗਈਆਂ। ਠੀਕ ਹੈ, ਮੰਨ ਲਓ ਕਿਤੋਂ ਨੂੰ ਜਾਇਦਾਦ ਮਿਲ ਗਈ ਤਾਂ ਕੀ ਹੋਏਗਾ, ਮੰਗ ਕੀ ਕਰੇਗਾ, ਜ਼ਿਆਦਾ ਕਰੇਗਾ ਨਾ। ਯਾਨੀ ਹੁਣ ਉਹਨੇ ਕੀ ਕੀਤਾ, ਕੀਮਤ ਦੇ ਘਟਣ ਦੀ ਉਡੀਕ ਨਹੀਂ ਕੀਤੀ, ਕਿਉਂਕਿ ਉਹਦੀ ਜਾਇਦਾਦ ਪਹਿਲਾਂ ਨਾਲੋਂ ਵੱਧ ਗਈ। ਉਹਨੇ ਕੀ ਕੀਤਾ, ਬਿਨਾਂ ਕੀਮਤ ਦੇ ਘਟੇ ਕੀ ਕੀਤਾ, ਮੰਗ ਜ਼ਿਆਦਾ ਕਰਤੀ, ਮੰਗ ਦਾ ਨਿਯਮ ਫੇਲ ਕਰਾਤਾ। ਤਾਂ ਆਪਾਂ ਮੰਨ ਲਾਂਗੇ ਵੀ ਕੀ ਹੋਏਗਾ, ਜਾਇਦਾਦ ਵਿੱਚ ਵੀ ਕੋਈ ਬਦਲਾਵ ਨਹੀਂ ਹੁੰਦਾ। ਫਿਰ ਆਪਾਂ ਕਿਹਾ ਸੀ ਵੀ ਦਿਖਾਵਾ ਪ੍ਰਭਾਵ ਪੈਂਦਾ ਹੁੰਦਾ, ਤਾਂ ਆਪਾਂ ਮੰਨ ਲਾਂਗੇ ਕਿ ਦਿਖਾਵਾ ਪ੍ਰਭਾਵ ਨਹੀਂ ਹੁੰਦਾ। ਠੀਕ ਹੈ, ਆਪਾਂ ਮੰਨ ਲਾਂਗੇ ਕਿ ਉਪਭੋਗਤਾ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਦਿਖਾਵਾ ਪ੍ਰਭਾਵ ਜਿਹੜਾ ਹੈ ਉਹ ਨਹੀਂ ਹੈਗਾ। ਆਪਾਂ ਕਿਹਾ ਸੀ ਮਸ਼ਹੂਰੀ ਵੀ ਪ੍ਰਭਾਵ ਪਾਉਂਦੀ ਹੈ, ਤਾਂ ਆਪਾਂ ਇਹ ਵੀ ਮੰਨ ਲਾਂਗੇ ਕਿ ਮਸ਼ਹੂਰੀ ਦਾ ਵੀ ਕੋਈ ਪ੍ਰਭਾਵ ਨਹੀਂ ਹੁੰਦਾ। ਠੀਕ ਹੈ, ਆਪਾਂ ਇਹ ਵੀ ਮੰਨ ਲਿਆ। ਠੀਕ ਹੈ, ਉਸ ਤੋਂ ਬਾਅਦ ਆਪਾਂ ਕਿਹਾ ਸੀ ਜਨਸੰਖਿਆ ਦਾ ਆਕਾਰ ਵੱਧ ਜਾਵੇ ਤਾਂ ਕੀ ਹੋਏਗਾ, ਮੰਗ ਵਧੇਗੀ। ਕਿਵੇਂ, ਹੁਣ ਸੋਚੋ ਤੁਹਾਡੀ ਜਨਸੰਖਿਆ ਪਹਿਲਾਂ ਨਾਲੋਂ ਵੱਧ ਗਈ, ਜਨਸੰਖਿਆ ਪਹਿਲਾਂ ਨਾਲੋਂ ਵੱਧ ਗਈ ਤੇ ਕੀ ਹੋਏਗਾ, ਬਿਨਾਂ ਕੀਮਤ ਦੇ ਘਟੇ ਮੰਗ ਵੱਧ ਜਾਏਗੀ। ਪਰ ਆਪਾਂ ਬਿਨਾਂ ਕੀਮਤ ਦੇ ਘਟੇ ਮੰਗ ਵਧਣ ਨਹੀਂ ਦੇਣੀ। ਆਪਾਂ ਕੀ ਮੰਨ ਲਾਂਗੇ, ਆਪਾਂ ਮੰਨ ਲਾਂਗੇ ਇਹ ਚੀਜ਼ ਕਿ ਜਨਸੰਖਿਆ ਦੇ ਆਕਾਰ ਦੇ ਵਿੱਚ ਵੀ ਬਦਲਾਵ ਨਹੀਂ ਹੁੰਦਾ ਤੇ ਨਾਲ ਦੇ ਨਾਲ ਉਹਦੀ ਰਚਨਾ ਯਾਨੀ ਕਿ ਢਾਂਚਾ, ਰਚਨਾ ਵਿੱਚ ਵੀ ਬਦਲਾਵ ਨਹੀਂ ਹੁੰਦਾ। ਠੀਕ ਹੈ, ਹੋਰ ਆਪਾਂ ਕੀ ਕੀਤਾ ਸੀ, ਆਪਾਂ ਕਿਹਾ ਸੀ ਸਰਕਾਰ ਦੀ ਨੀਤੀ ਪ੍ਰਭਾਵਿਤ ਕਰ ਸਕਦੀ ਹੈ, ਤਾਂ ਇਹ ਵੀ ਮੰਨ ਲਓ ਕਿ ਸਰਕਾਰ ਦੀ ਨੀਤੀ ਵਿੱਚ ਕੋਈ ਬਦਲਾਵ ਨਹੀਂ ਹੁੰਦਾ। ਠੀਕ ਹੈ, ਹੋਰ ਆਪਾਂ ਕੀ ਕਿਹਾ ਸੀ, ਟੈਕਸ ਸਰਕਾਰ ਦੇ, ਤਾਂ ਸਰਕਾਰ ਦੀ ਕਰ ਨੀਤੀ ਵਿੱਚ ਕੋਈ ਬਦਲਾਵ ਨਹੀਂ ਹੁੰਦਾ। ਆਪਾਂ ਇਹ ਵੀ ਸਥਿਰ ਮੰਨ ਲਿਆ। ਮਤਲਬ ਇਸ ਤੋਂ ਇਲਾਵਾ ਜਿੰਨੇ ਵੀ ਪੁਆਇੰਟ ਨੇ, ਮਤਲਬ ਆਪਾਂ ਜਿੰਨੇ ਵੀ ਆਪਾਂ ਫਲਨ ਕੀਤੇ ਸੀ ਵੀ ਮੰਗ ਫਲਨ ਦੇ ਵਿੱਚ, ਚਾਹੇ ਉਹ ਵਿਅਕਤੀਗਤ ਮੰਗ ਫਲਨ ਸੀ, ਚਾਹੇ ਉਹ ਬਾਜ਼ਾਰ ਮੰਗ ਫਲਨ ਸੀ, ਸਭ ਨੂੰ ਸਥਿਰ ਮੰਨ ਲੈਣਾ, ਹੋਰ ਕੁਝ ਨਹੀਂ ਕਰਨਾ। ਆਪਾਂ ਕੀ ਕਿਹਾ ਸੀ, ਆਪਾਂ ਕਿਹਾ ਸੀ ਮੌਸਮ ਪ੍ਰਭਾਵਿਤ ਕਰ ਸਕਦਾ ਹੈ, ਤਾਂ ਆਪਾਂ ਲਿਖ ਲਾਂਗੇ ਮੌਸਮ ਵਿੱਚ ਵੀ ਕੋਈ ਬਦਲਾਵ ਨਹੀਂ ਹੁੰਦਾ। ਠੀਕ ਹੈ, ਮੌਸਮ ਨੂੰ ਸਥਿਰ ਮੰਨ ਲਓ। ਤਾਂ ਆਪਾਂ ਕੀ ਕੀਤਾ, ਜਿਹੜੇ ਆਪਾਂ ਮੰਗ ਫਲਨ ਕੀਤਾ, ਚਾਹੇ ਆਪਾਂ ਉਹ ਵਿਅਕਤੀਗਤ ਮੰਗ ਫਲਨ ਕੀਤਾ, ਚਾਹੇ ਆਪਾਂ ਬਾਜ਼ਾਰ ਮੰਗ ਫਲਨ ਕੀਤਾ, ਕੁਝ ਵੀ ਸੀ, ਆਪਾਂ ਕੀ ਕਰਨਾ ਹੈ, ਸਿਰਫ ਉਹਦੇ ਵਿੱਚ ਨਾ ਇੱਕ ਕੀਮਤ ਨੂੰ ਛੱਡਣਾ ਹੈ। ਕਿਉਂ, ਆਪਾਂ ਮੰਗ ਦੇ ਨਿਯਮ ਦੇ ਵਿੱਚ ਕੀ ਕਰਦੇ ਆ, ਆਪਾਂ ਸੰਬੰਧ ਦਿਖਾਉਂਦੇ ਆ ਕੀਮਤ ਦਾ ਤੇ ਮੰਗ ਦਾ, ਬਸ ਹੋਰ ਕਿਸੇ ਦਾ ਨਹੀਂ ਦਿਖਾਣਾ। ਯਾਨੀ ਹੋਰ ਜਿੰਨੇ ਵੀ ਤੱਤ ਆਪਾਂ ਕੀਤੇ ਮੰਗ ਫਲਨ ਦੇ ਵਿੱਚ, ਚਾਹੇ ਆਪਣਾ ਉਹ ਵਿਅਕਤੀਗਤ ਮੰਗ ਫਲਨ ਸੀ, ਚਾਹੇ ਆਪਣਾ ਬਾਜ਼ਾਰ ਮੰਗ ਫਲਨ ਸੀ, ਆਪਾਂ ਉਹਨਾਂ ਸਾਰਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਲੈ ਕੇ ਆਣਾ ਸਿਵਾਏ ਕਿੰਦੇ ਤੋਂ, ਕੀਮਤ ਤੋਂ। ਤਾਂ ਕੀ ਕਰਨਾ ਹੈ, ਹੁਣ ਮੰਗ ਫਲਨ ਤੁਹਾਨੂੰ ਯਾਦ ਹੋਏਗਾ ਵੀ ਆਪਾਂ ਮੰਗ ਫਲਨ ਦੇ ਵਿੱਚ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਤੱਤ ਜਿਹੜੇ ਆ ਉਹ ਲਏ ਸੀ। ਕੀ ਕਰੋ, ਸਿਰਫ ਇੱਕ ਕੀਮਤ ਨੂੰ ਛੱਡ ਦਿਓ, ਬਾਕੀ ਜਿੰਨੇ ਵੀ ਤੱਤ ਨੇ ਸਾਰਿਆਂ ਦੇ ਵਿੱਚ ਮੰਨ ਲਓ ਵੀ ਇਹਨਾਂ ਸਾਰਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਹੁੰਦਾ। ਮਤਲਬ ਅਗਰ ਕੋਈ ਚੀਜ਼ ਬਦਲੇਗੀ ਤਾਂ ਸਿਰਫ ਕੀਮਤ ਬਦਲੇਗੀ, ਕੀਮਤ ਤੋਂ ਇਲਾਵਾ ਹੋਰ ਜਿੰਨੇ ਵੀ ਤੱਤ ਨੇ ਕੋਈ ਤੱਤ ਨਹੀਂ ਬਦਲੇਗਾ, ਤਾਂ ਮੰਗ ਦਾ ਨਿਯਮ ਲਾਗੂ ਹੋਏਗਾ। ਜੇ ਬਾਕੀ ਤੱਤਾਂ ਦੇ ਵਿੱਚੋਂ ਕਿਸੇ ਵੀ ਇੱਕ ਵੀ ਤੱਤ ਦੇ ਵਿੱਚ ਬਦਲਾਵ ਆ ਗਿਆ ਤਾਂ ਕੀ ਹੋਏਗਾ, ਮੰਗ ਦਾ ਨਿਯਮ ਜਿਹੜਾ ਹੈ ਉਹ ਲਾਗੂ ਨਹੀਂ ਹੋਏਗਾ, ਮੰਗ ਦਾ ਨਿਯਮ ਫੇਲ ਹੋ ਜਾਏਗਾ। ਤਾਂ ਹੀ ਆਪਾਂ ਮੰਨ ਲਿਆ
ਹੋਰ ਗੱਲਾਂ ਸਮਾਨ ਰਹਿਣ ਤੇ ਤਾਂ ਕਿੰਨੀਆਂ ਗੱਲਾਂ ਸਮਾਨ ਰਹਿਣ ਤੇ ਆ ਸਾਰੀਆਂ ਚੀਜ਼ਾਂ ਦੇ ਸਮਾਨ ਰਹਿਣ ਤੇ ਜਦੋਂ ਸੰਬੰਧਿਤ ਵਸਤੂਆਂ ਦੀ ਕੀਮਤ 'ਚ ਬਦਲਾਵ ਨਾ ਹੋਵੇ, ਜਦੋਂ ਆਮਦਨ 'ਚ ਬਦਲਾਵ ਨਾ ਹੋਵੇ, ਰੁਚੀਆਂ ਤੇ ਪ੍ਰਾਥਮਿਕਤਾਵਾਂ 'ਚ ਬਦਲਾਵ ਨਾ ਹੋਵੇ, ਉਪਭੋਗਤਾ ਦੀ ਬਚਤ 'ਚ ਬਦਲਾਵ ਨਾ ਹੋਵੇ, ਉਪਭੋਗਤਾ ਦੀ ਜਾਇਦਾਦ 'ਚ ਬਦਲਾਵ ਨਾ ਹੋਵੇ, ਦਿਖਾਵਾ ਪ੍ਰਭਾਵ ਨਾ ਹੋਵੇ, ਮਸ਼ਹੂਰੀ ਦਾ ਪ੍ਰਭਾਵ ਨਾ ਪਵੇ, ਜਨਸੰਖਿਆ ਦਾ ਆਕਾਰ ਤੇ ਰਚਨਾ 'ਚ ਬਦਲਾਵ ਨਾ ਹੋਵੇ, ਸਰਕਾਰ ਦੀ ਨੀਤੀ 'ਚ ਬਦਲਾਵ ਨਾ ਹੋਵੇ, ਸਰਕਾਰ ਦੀ ਕਰ ਨੀਤੀ 'ਚ ਬਦਲਾਵ ਨਾ ਹੋਵੇ, ਮੌਸਮ 'ਚ ਬਦਲਾਵ ਨਾ ਹੋਵੇ, ਅਗਰ ਇਹਨਾਂ ਸਾਰੀਆਂ ਚੀਜ਼ਾਂ 'ਚ ਕੋਈ ਬਦਲਾਵ ਨਾ ਹੋਵੇ ਤਾਂ ਮੰਗ ਦਾ ਨਿਯਮ ਲਾਗੂ ਹੋਏਗਾ, ਨਹੀਂ ਤਾਂ ਮੰਗ ਦਾ ਨਿਯਮ ਲਾਗੂ ਨਹੀਂ ਹੋਏਗਾ। ਤਾਂ ਹੀ ਆਪਾਂ ਕੀ ਕਰਦੇ ਆ, ਇਸ ਤੋਂ ਪਹਿਲਾਂ ਇਹ ਸ਼ਬਦ ਲਗਾਉਂਦੇ ਆ ਕਿ ਹੈ ਹੋਰ ਗੱਲਾਂ ਦੇ ਸਮਾਨ ਰਹਿਣ ਤੇ। ਹੋਰ ਗੱਲਾਂ ਮਤਲਬ ਕੀਮਤ ਨੂੰ ਛੱਡ ਕੇ ਬਾਕੀ ਸਾਰੀਆਂ ਗੱਲਾਂ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਉਹ ਸਾਰੀਆਂ ਚੀਜ਼ਾਂ ਸਮਾਨ ਰਹਿਣੀਆਂ ਚਾਹੀਦੀਆਂ ਨੇ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਉਹ ਨਹੀਂ ਆਣਾ ਚਾਹੀਦਾ। ਠੀਕ ਹੋ ਗਿਆ। ਹੁਣ ਆਪਾਂ ਮੰਨ ਲੈਂਦੇ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਾਨ ਰਹਿ ਗਈਆਂ, ਯਾਨੀ ਹੁਣ ਇਹਨਾਂ ਚ ਵਿੱਚੋਂ ਕਿਸੇ ਚੀਜ਼ ਦੇ ਵਿੱਚ ਕੋਈ ਬਦਲਾਵ ਜਿਹੜਾ ਉਹ ਨਹੀਂ ਆਇਆ, ਤਾਂ ਹੁਣ ਕੀ ਹੋਏਗਾ, ਹੁਣ ਮੰਗ ਦਾ ਨਿਯਮ ਜਿਹੜਾ ਹੈ ਉਹ ਲਾਗੂ ਹੋਏਗਾ। ਹੁਣ ਆਪਾਂ ਕੀ ਕਰਾਂਗੇ, ਇੱਕ ਪਾਸੇ ਆਪਾਂ ਕੀਮਤ ਲਵਾਂਗੇ, ਇੱਕ ਪਾਸੇ ਆਪਾਂ ਮੰਗ ਲਵਾਂਗੇ। ਮੰਨ ਲਓ ਵੀ ਕੀਮਤ ਆਪਣੀ 5 ਹੈ ਤਾਂ ਮੰਗ ਜਿਹੜੀ ਹੈ ਉਹ ਆਪਣੀ 1 ਹੈ, ਕੀਮਤ 4 ਹੋਗੀ। ਹੁਣ ਕੀਮਤ ਘਟੀ ਹੈ ਤਾਂ ਕੀਮਤ ਦੇ ਘਟਣ ਤੇ ਮੰਗ ਵੱਧ ਜਾਂਦੀ ਹੈ। ਇੱਥੇ ਕੀ ਲਿਖਣਾ ਹੈ, ਇੱਥੇ 1 ਲਿਖਿਆ ਹੈ, ਇੱਥੇ ਕੀ ਕਰਨਾ ਹੈ, 1 ਨਾਲੋਂ ਜ਼ਿਆਦਾ ਲਿਖਣਾ ਹੈ। ਹੁਣ ਇਹ ਆਮ ਤੌਰ ਤੇ ਕੀ ਹੁੰਦਾ ਹੈ, ਆਮ ਤੌਰ ਤੇ ਆਪਣੇ ਦਿਮਾਗ 'ਚ ਹੁੰਦਾ ਹੈ ਵੀ 1 ਤੋਂ ਬਾਅਦ 2 ਹੀ ਲਿਖਣਾ ਹੈ। ਜ਼ਰੂਰੀ ਨਹੀਂ ਹੈਗਾ ਵੀ 2 ਹੀ ਲਿਖਣਾ ਹੈ, ਸਿਰਫ ਆਪਾਂ ਇਹ ਕਿਹਾ ਵੀ ਜਦੋਂ ਕੀਮਤ ਘਟੇਗੀ ਨਾ ਤਾਂ ਮੰਗ ਵਧੇਗੀ। ਹੁਣ ਕਿੰਨੀ ਵਧੇਗੀ ਇਹ ਤਾਂ ਮੈਂ ਬੋਲਿਆ ਹੀ ਨਹੀਂ, यानी आंसर जो इत्थे आएगा वो 1 नालों ज्यादा आना चाहिए। हुण 1 नालों ज्यादा मतलब वो 1.5 भी हो सकता है। हुण जरूरी थोड़ी अगर मैं मंग करा कि मैं अंब खरीदा पिया, ये थोड़ी मैं मंग या तो मैं 1 किलो अंब खरीदांगा या मैं 2 किलो अंब खरीदांगा। मैं 1.5 किलो अंब भी तो खरीद सकदा, मैं 2.5 किलो अंब भी तो खरीद सकदा, कुछ मर्जी हो सकता है। यानी इत्थे 1 नालों की करना है ज्यादा लिखना है, पर कितना ज्यादा लिखना है वो तुहाडी मर्जी है, जो मर्जी लिख लिया जे। तो इत्थे मैं 2 कर देना, ठीक है, इत्थे 3 हो गया, इत्थे 3 कर देना, इत्थे 2 हो गया, इत्थे 4 कर देना, इत्थे 1 हो गया, इत्थे 5 कर देना। यानी की होया इधर अगर इस पासे देखिए तो की हो रहा है, कीमत जिहड़ी है वो लगातार घट रही है ते नाल दे नाल मंग जिहड़ी है वो की हो रहा है लगातार वध रही है। किस मान्यता दे आधार ते भी बाकी गल्लां दे विच कोई बदलाव जिहड़ा है वो नहीं हो रहा, बाकी गल्लां जिहड़ियां ने वो बिल्कुल स्थिर ने, उन्हां च किसी तरह दा कोई बदलाव नहीं होएगा। हुण ऐसे ही चीज नूं आपां की करांगे, ऐसे चीज नूं आपां एक मंग वक्र दी मदद नाल जिहड़ा है वो आपां दिखावांगे। हुण आपां की करना है, हुण इधर आ गया y एक्सिस, इधर आ गया x एक्सिस। हुण मैं अपने पिछले लेक्चर च चीज समझाई सी भी केड़े एक्सिस ते की लेना है, केड़े एक्सिस ते कीमत लेनी है, केड़े एक्सिस ते मंग लेनी है। तो आपां y एक्सिस ते की करांगे, कीमत लवांगे, x एक्सिस से की होएगा आपां मंग लवांगे। पहले आपां मंग ले लेने आ, 1 है, 2 है, 3 है, 4 है, 5 है। इधर आपां कीमत ले लेने आ, ठीक है, 5 कीमत है तो 1 2 3 4 5 ਇਹ ਆਪਾਂ ਇੱਧਰ ਕੀਮਤ ਲੈ ਲਈ। ਹੁਣ ਦੇਖੋ 5 ਰੁਪਏ ਕੀਮਤ ਜਿਹੜੀ ਹੈ ਉਹਦੇ ਆਧਾਰ ਤੇ ਮੰਗ ਜਿਹੜੀ ਹੈ ਉਹ 1 ਹੈ, ਯਾਨੀ ਕੀਮਤ ਵਾਲੇ ਪਾਸੇ ਆਪਾਂ ਕੀ ਕਰਨਾ ਹੈ, 5 ਜਾਣਾ है, मंग वाले पासे ਆਪਾਂ 1 जाना है। तो आप ए पॉइंट ते आ जाएंगे। कीमत 4 है, मंग 2 है, इधर 4 जाना है, इधर 2 जाना है, आप बी पॉइंट ते आ जाएंगे। कीमत 3 है, मंग 3 है, यानी कीमत वाले पासे भी आप 3 जाना है, मंग वाले पासे भी आप 3 जाना है, आप सी पॉइंट ते आ जाएंगे। कीमत 2 है, मंग 4 है, यानी कीमत वाले पासे आप 2 जाना है, मंग वाले पासे आप 4 जाना है, तो आप डी पॉइंट ते आ जाएंगे। कीमत 1 है, मंग 5 है, कीमत वाले पासे आप 1 जाना है, मंग वाले पासे आप 5 जाना है, तो आप इस ई पॉइंट ते जड़ा है वो आप आ जाएंगे। अगर आप ए बी सी डी ई सारे पॉइंटां नूं जिहड़ा है अगर आप मिला दिए तो आपां नूं एक मंग वक्र जिहड़ी है वो डी डी जिहड़ी है वो मिलदी है। जिहड़ी तुसीं देख रहे हो भी जिहड़ी ये मंग वक्र है
ਇਹ ਕੀ ਹੈ, ਇਹ ਹੇਠਾਂ ਵੱਲ ਆ ਰਹੀ ਹੈ, ਥੱਲੇ ਵੱਲ ਆ ਰਹੀ ਹੈ। ਇਹਦੀ ਢਲਾਨ ਕੀ ਹੈ, ਰਿਣਾਤਮਕ ਹੈ। ਮੈਂ ਆਪਣੇ ਪਿਛਲੇ ਲੈਕਚਰ 'ਚ ਵੀ ਬੋਲਿਆ ਸੀ ਕਿ ਮੰਗ ਵਕਰ ਦੀ ਢਲਾਨ ਜਿਹੜੀ ਹੈ ਉਹ ਰਿਣਾਤਮਕ ਹੁੰਦੀ ਹੈ, 네ਗੇਟਿਵ ਹੁੰਦੀ ਹੈ। ਮਤਲਬ ਕੀ ਹੈ ਵੀ ਜਦੋਂ ਵੀ ਆਪਾਂ ਮੰਗ ਵਕਰ ਦੀ ਢਲਾਨ ਦਾ ਆਨਸਰ ਨਿਕਾਲਾਂਗੇ, ਉਹ ਆਨਸਰ ਹਮੇਸ਼ਾ ਕਿੰਦੇ ਚ ਆਏਗਾ, ਮਾਈਨਸ ਦੇ ਵਿੱਚ ਆਏਗਾ। ਕਿਉਂ ਆਏਗਾ, ਉਹ ਆਪਾਂ ਆਪਣੇ ਅਗਲੇ ਲੈਕਚਰ 'ਚ ਇਸ ਚੀਜ਼ ਨੂੰ ਡਿਸਕਸ ਕਰਾਂਗੇ। ਸਿਰਫ ਇੰਨਾ ਯਾਦ ਰੱਖੋ ਵੀ ਜਦੋਂ ਕੋਈ ਵੀ ਵਕਰ ਹੇਠਾਂ ਵੱਲ ਆਉਂਦੀ ਹੈ ਤਾਂ ਉਹਦੀ ਜਿਹੜੀ ਢਲਾਨ ਹੈ ਉਹ ਮਾਈਨਸ ਹੁੰਦੀ ਹੈ, ਜਦੋਂ ਉੱਪਰ ਵੱਲ ਜਾਂਦੀ ਹੈ ਤਾਂ ਉਹਦੀ ਢਲਾਨ ਜਿਹੜੀ ਹੈ ਉਹ ਪਲੱਸ ਹੁੰਦੀ ਹੈ। ਤਾਂ ਹੇਠਾਂ ਵੱਲ ਆ ਰਹੀ ਹੈ, ਮਾਈਨਸ ਹੈ। ਕਿਉਂ ਮਾਈਨਸ ਹੈ ਇਹ ਆਪਾਂ ਆਪਣੇ ਅਗਲੇ ਲੈਕਚਰ ਡਿਸਕਸ ਕਰ ਲਾਂਗੇ। ਤਾਂ ਮੰਗ ਵਕਰ ਦੀ ਢਲਾਨ ਹੇਠਾਂ ਵੱਲ ਹੈ, ਜੋ ਕੀ ਕਰ ਰਹੀ ਹੈ, ਜੋ ਕੀਮਤ ਤੇ ਮੰਗ ਦੇ ਵਿੱਚ ਜੋ ਵਿਪਰੀਤ ਸੰਬੰਧ ਹੈ, ਕੀਮਤ ਤੇ ਮੰਗ ਦੇ ਵਿੱਚ ਜੋ ਉਲਟਾ ਸੰਬੰਧ ਹੈ, ਉਹਨੂੰ ਦਿਖਾ ਰਹੀ ਹੈ। ਕੀ ਦਿਖਾ ਰਹੀ ਹੈ ਵੀ ਜਿਵੇਂ ਜਿਵੇਂ ਆਪਣੇ y ਐਕਸਿਸ ਤੇ ਕੀਮਤ ਘਟਦੀ ਜਾ ਰਹੀ ਹੈ, ਉਵੇਂ ਉਵੇਂ x ਐਕਸਿਸ ਤੇ ਮੰਗ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਤਾਂ ਇਹ ਆਪਣੇ ਮੰਗ ਦੇ ਨਿਯਮ ਨੂੰ ਜਿਹੜਾ ਹੈ ਉਹ ਸਾਬਿਤ ਕਰਦਾ ਹੈ ਵੀ ਅਗਰ ਹੋਰ ਗੱਲਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਆਏਗਾ ਤਾਂ ਮੰਗ ਦਾ ਨਿਯਮ ਲਾਗੂ ਹੋਏਗਾ। ਉਹਦੇ ਮੁਤਾਬਿਕ ਕੀ ਹੋਏਗਾ, ਕੀਮਤ ਤੇ ਮੰਗ ਦੋਨੋਂ ਹਮੇਸ਼ਾ ਕੀ ਹੋਣਗੇ, ਵਿਪਰੀਤ ਦਿਸ਼ਾ ਵਿੱਚ ਬਦਲਣਗੇ, ਉਲਟੀ ਦਿਸ਼ਾ ਦੇ ਵਿੱਚ ਬਦਲਣਗੇ। ਮਤਲਬ ਕਹਿੰਦਾ ਕੀ ਹੈ ਵੀ ਅਗਰ ਇੱਕ ਚੀਜ਼ ਘਟੇਗੀ ਤਾਂ ਦੂਜੀ ਵਧੇਗੀ, ਕੀਮਤ ਘਟੇਗੀ ਤਾਂ ਮੰਗ ਵਧੇਗੀ, ਕੀਮਤ ਵਧੇਗੀ ਤਾਂ ਮੰਗ ਘਟੇਗੀ। ਦੋਨਾਂ ਦੇ ਵਿੱਚ ਬਦਲਾਵ ਜਿਹੜਾ ਹੈ ਉਹ ਉਲਟੀ ਦਿਸ਼ਾ ਵੱਲ ਜਿਹੜਾ ਹੈ ਉਹ ਆਇਆ ਕਰੇਗਾ। ਤਾਂ ਇਹ ਹੈ ਆਪਣਾ ਮੰਗ ਦਾ ਨਿਯਮ। ਉਮੀਦ ਹੈ ਤੁਹਾਨੂੰ ਲੈਕਚਰ ਜਿਹੜਾ ਹੈ ਉਹ ਸਮਝ ਆ ਗਿਆ ਹੋਵੇਗਾ। ਤਾਂ ਅਗਰ ਕੋਈ ਡਾਊਟ ਹੋਵੇ ਤੁਹਾਨੂੰ ਜ਼ਰੂਰ ਕਮੈਂਟ ਬਾਕਸ ਦੇ ਅੰਦਰ ਲਿਖਣਾ। ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਟਿਲ ਦੈਨ ਇਟਸ ਗੁੱਡ ਬਾਏ ਫਰਮ ਮਾਈ ਸਾਈਡ। ਥੈਂਕ ਯੂ ਵੈਰੀ ਮਚ ਐਂਡ ਆਲ ਦ ਬੈਸਟ।